ਲਰਨ ਪੰਜਾਬੀ ਵਿੱਚ ਜਗਜੀਤ ਸਰ ਇਸ ਚੈਨਲ ਤੇ ਅੱਜ ਅਸੀਂ ਫਿਰ ਸਾਰੇ ਵਿਦਿਆਰਥੀਆਂ ਅਧਿਆਪਕਾਂ ਦਾ ਔਰ ਪੰਜਾਬੀ ਮਾਂ ਬੋਲੀ ਦੇ ਪਿਆਰਿਆਂ ਦਾ ਸਵਾਗਤ ਕਰਦੇ ਹਾਂ। ਅੱਜ ਅਸੀਂ ਇਸ ਚੈਨਲ ਦੇ ਵਿੱਚ ਨਵੇਂ ਮੁਕਾਮ ਤੇ ਪਹੁੰਚ ਗਏ ਹਾਂ ਜਦੋਂ ਅਸੀਂ ਵਿਹਾਰਕ ਜੋ ਗ੍ਰਾਮਰ ਹੈ, ਜੋ ਵਿਆਕਰਣ ਵਿਹਾਰਕ ਹੈ ਔਰ ਅਪਲਾਈਡ ਹੈ, ਉਸ ਤੋਂ ਅਸੀਂ ਅੱਗੇ ਲੈਂਗੁਏਜ ਸਿਧਾਂਤਕ ਵਿਆਕਰਣ ਤੇ ਆ ਗਏ ਹਾਂ। ਵਿਆਕਰਣ ਦੀਆਂ ਇਹਨਾਂ ਨਵੀਆਂ ਵੀਡੀਓਜ਼ ਰਾਹੀਂ ਅਸੀਂ ਪੁਰਾਣੀ ਜੋ ਸਾਡੀ ਹੋ ਚੁੱਕੀ ਵਿਆਕਰਣ ਉਸ ਤੋਂ ਪਾਰ ਜਾਣ ਦੀ ਕੋਸ਼ਿਸ਼ ਕਰਾਂਗੇ ਤਾਂ ਜੋ ਉਸ ਮਿਆਰ ਤੋਂ ਸਟੈਂਡਰਡ ਤੋਂ ਉੱਚਾ ਉੱਠ ਕੇ ਅਸੀਂ ਕੁਝ ਨਵਾਂ ਵੇਖਣ ਦਾ ਯਤਨ ਕਰੀਏ। ਜੋ ਅੱਜ ਦਾ ਸਾਡਾ ਟੌਪਿਕ ਹੈ ਪੰਜਾਬੀ ਵਿਆਕਰਣ ਦਾ, ਉਹ ਅਸੀਂ ਮੁੱਢਲੇ ਤੋਂ ਸ਼ੁਰੂ ਕਰ ਰਹੇ ਹਾਂ, ਜਿਸ ਵਿੱਚ ਪੰਜਾਬੀ ਭਾਸ਼ਾ ਦਾ ਨਿਕਾਸ ਯਾਨੀ ਉਸ ਦੀ ਉਤਪਤੀ ਔਰ ਵਿਕਾਸ ਯਾਨੀ ਉਸ ਦੀ ਗਰੋਥ, ਔਰ ਨਾਲ ਹੀ ਪੰਜਾਬੀ ਦੀਆਂ ਕਿਹੜੀਆਂ ਉਪ ਭਾਸ਼ਾਵਾਂ ਨੇ ਔਰ ਪੰਜਾਬੀ ਦੀ ਲਿਪੀ, ਇਹਨਾਂ ਸਾਰਿਆਂ ਦਾ ਨਿਕਾਸ ਔਰ ਵਿਕਾਸ ਯਾਨੀ ਇਹਨਾਂ ਦਾ ਜਨਮ ਔਰ ਇਹਨਾਂ ਦਾ ਜੋ ਅਸਲੀ ਗਰੋਥ ਹੈ, ਜੋ ਵਿਕਾਸ, ਉਸ ਬਾਰੇ ਅਸੀਂ ਗੱਲ ਕਰਦੇ ਹਾਂ। ਸਭ ਤੋਂ ਪਹਿਲੀ ਗੱਲ ਹੈ ਭਾਸ਼ਾ ਦੀ ਜਾਂ ਬੋਲੀ ਦੀ। ਇੱਕ ਹੈ ਭਾਸ਼ਾ ਔਰ ਇੱਕ ਹੈ ਬੋਲੀ। ਭਾਸ਼ਾ ਨੂੰ ਅਸੀਂ ਲੈਂਗੁਏਜ ਕਹਿੰਦੇ ਹਾਂ ਤੇ ਬੋਲੀ ਨੂੰ ਡਾਇਲੈਕਟ ਕਹਿੰਦੇ ਹਾਂ। ਇਹਨਾਂ ਦੋਹਾਂ ਨੂੰ ਇੱਕ ਦੂਜੇ ਦਾ ਸਮਾਨਾਰਥਕ ਮੰਨਿਆ ਜਾ ਸਕਦਾ ਹੈ। ਹੁਣ ਬੋਲੀ ਕੀ ਹੈ ਜਾਂ ਭਾਸ਼ਾ ਕੀ ਹੈ? ਭਾਸ਼ਾ ਜਾਂ ਬੋਲੀ ਐਸਾ ਸਾਧਨ ਹੈ ਜਿਸ ਰਾਹੀਂ ਕੋਈ ਵੀ ਮਨੁੱਖ, ਕਿਉਂਕਿ ਮਨੁੱਖ ਇਸ ਸਾਰੇ ਕੁਦਰਤੀ ਸੰਸਾਰ ਦਾ ਬਹੁਤ ਅਹਿਮ ਜੋ ਹਿੱਸਾ ਹੈ, ਅਹਿਮ ਤੱਤ ਹੈ, ਅਹਿਮ ਪੱਖ ਹੈ, ਕਿਉਂਕਿ ਉਸ ਨੂੰ ਐਸੀਆਂ ਤਾਕਤਾਂ ਪਰਮੇਸ਼ਰ ਨੇ ਦਿੱਤੀਆਂ ਨੇ ਜਿਸ ਕਰਕੇ ਉਹ ਹੋਰਨਾਂ ਜਾਨਵਰਾਂ ਵਾਂਗੂ ਆਪਣੀ ਜੋ ਭਾਵਾਂ ਦਾ ਪ੍ਰਗਟਾਵਾ ਹੈ ਉਹ ਚੀਕਾਂ ਮਾਰ ਕੇ ਹੋਰ ਇਸ਼ਾਰਿਆਂ ਨਾਲ ਨਹੀਂ ਕਰਦਾ, ਸਗੋਂ ਉਸ ਕੋਲ ਇੱਕ ਪ੍ਰਬੁੱਧ, ਇੱਕ ਮੈਚਿਓਰ ਇੱਦਾਂ ਦਾ ਸਿਸਟਮ ਹੈ ਜਿਸ ਰਾਹੀਂ ਉਹ ਵੰਨ ਸਵੰਨੀਆਂ ਆਵਾਜ਼ਾਂ ਕੱਢ ਕੇ ਉਹਨਾਂ ਨਾਲ ਆਪਣੀ ਭਾਸ਼ਾ ਨੂੰ ਵਿਲੱਖਣ ਤੌਰ ਤੇ ਆਪਣੀ ਭਾਸ਼ਾ ਦਾ ਸੰਚਾਰ ਕਰ ਸਕਦਾ ਹੈ, ਆਪਣੇ ਭਾਵਾਂ ਦਾ ਸੰਚਾਰ ਕਰ ਸਕਦਾ ਹੈ। ਇੱਕ ਵਾਰ ਫਿਰ ਵੇਖੀਏ ਵੀ ਭਾਸ਼ਾ ਨੇ ਬੋਲੀ ਕੀ ਹੈ। ਭਾਸ਼ਾ ਐਸਾ ਸਾਧਨ ਹੈ ਆਪਣੇ ਵਿਚਾਰਾਂ ਜਾਂ ਮਨੋਭਾਵਨਾ ਦਾ ਪ੍ਰਗਟਾਵਾ ਕਰਦਾ ਹੈ। ਔਰ ਬੋਲੀ ਕੀ ਹੈ? ਬੋਲੀ ਵੀ ਉਹੀ ਹੈ ਵੀ ਸਾਰਥਕ ਸ਼ਬਦਾਂ ਦਾ ਐਸਾ ਸਮੂਹ ਹੈ ਜਿਸ ਰਾਹੀਂ ਅਸੀਂ ਆਪਣੇ ਭਾਵਾਂ ਦਾ ਪ੍ਰਗਟਾਵਾ ਕਰਦੇ ਹਾਂ। ਹਰ ਇਲਾਕੇ ਦਾ ਆਪਣਾ ਸ਼ਬਦ ਸਮੂਹ ਹੁੰਦਾ ਹੈ, ਹਰ ਇਲਾਕੇ ਦਾ ਆਪਣਾ ਸ਼ਬਦ ਸਮੂਹ ਹੁੰਦਾ ਹੈ ਜਿਸ ਦੀ ਉਸਦੀ ਵਿਸ਼ੇਸ਼ ਨਵੇਕਲੀ ਪਛਾਣ ਹੁੰਦੀ ਹੈ, ਜਿਸ ਬਾਰੇ ਅਸੀਂ ਵੀਡੀਓ ਦੇ ਅਗਲੇ ਹਿੱਸੇ ਵਿੱਚ ਜਾ ਕੇ ਅਗਲੀਆਂ ਵੀਡੀਓਜ਼ 'ਚ ਗੱਲ ਕਰਾਂਗੇ। ਤੇ ਇਸ ਕਰਕੇ ਉਹਦਾ ਜੋ ਸ਼ਬਦ ਸਮੂਹ ਹੈ, ਜੋ ਉਸਦਾ ਲਹਿਜਾ ਹੈ, ਅਲੱਗ-ਅਲੱਗ ਅੱਡ-ਅੱਡ ਇਲਾਕਿਆਂ ਕਰਕੇ ਉਸਦੇ ਅਨੁਸਾਰ ਉਸਦੇ ਨਾਂ ਪੈ ਜਾਂਦੇ ਆ। ਜਿਹੜੀ ਭਾਸ਼ਾ, ਜਿਹੜਾ ਸ਼ਬਦ ਸਮੂਹ ਪੰਜਾਬ ਵਿੱਚ ਬੋਲਿਆ ਜਾਂਦਾ ਉਸ ਨੂੰ ਅਸੀਂ ਪੰਜਾਬੀ ਕਹਿੰਦੇ ਹਾਂ। ਜੋ ਬੰਗਾਲ ਦੇ ਵਿੱਚ ਸ਼ਬਦ ਸਮੂਹ ਦਾ ਉਚਾਰਨ ਦਾ, ਲਹਿਜੇ ਦਾ, ਸ਼ਬਦਾਂ ਦੀ ਚੋਣ ਦਾ ਜੋ ਪ੍ਰਯੋਗ ਕੀਤਾ ਜਾਂਦਾ ਉਸ ਨੂੰ ਬੰਗਾਲੀ ਕਹਿ ਦਿੰਦੇ ਹਾਂ। ਇਸੇ ਪ੍ਰਕਾਰ ਗੁਜਰਾਤੀ ਹੈ, ਮਾਰਵਾੜੀ ਹੈ, ਇਹ ਜੋ ਸਾਰੇ ਇਲਾਕਿਆਂ ਦੇ ਆਧਾਰ ਤੇ ਜਿਸ ਖਿੱਤੇ, ਜਿਸ ਏਰੀਏ, ਜਿਸ ਇਲਾਕੇ ਵਿੱਚ ਜਿਹੜੀ ਭਾਸ਼ਾ ਦੇ ਸ਼ਬਦ ਸਮੂਹਾਂ ਦੀ, ਲਹਿਜੇ ਦੀ ਵਰਤੋਂ ਕੀਤੀ ਜਾਂਦੀ ਹੈ, ਉਹੀ ਜੋ ਪਛਾਣ ਉਸ ਇਲਾਕੇ ਦੀ ਬੋਲੀ ਦੇ ਵਜੋਂ ਹੋ ਜਾਂਦੀ ਹੈ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਬੋਲੀ ਕੀ ਹੈ। ਜੋ ਬੋਲੀ ਦੀ ਹੋਂਦ ਹੈ ਉਹ ਮਨੁੱਖ ਦੇ ਹੋਂਦ ਤੋਂ ਬਹੁਤ ਚਿਰਾਂ ਬਾਅਦ ਆਈ ਹੈ। ਪਹਿਲੇ ਤਾਂ ਉਹ ਜਾਨਵਰਾਂ ਵਾਂਗੂ ਹੀ ਆਪਣੇ ਭਾਵਾਂ ਦਾ ਪ੍ਰਗਟਾਵਾ, ਜੰਗਲੀ ਪ੍ਰਗਟਾਵਾ ਕਰਦਾ ਸੀ, ਅਲੱਗ-ਅਲੱਗ ਤਰ੍ਹਾਂ ਦੀਆਂ ਆਵਾਜ਼ਾਂ ਕੱਢਦੇ ਸੀ ਜਾਨਵਰ ਵਾਂਗੂ, ਔਰ ਸਰੀਰਕ ਸੰਕੇਤਾਂ ਦੁਆਰਾ, ਇਸ਼ਾਰਿਆਂ ਦੁਆਰਾ ਆਪਣੀ ਗੱਲ ਨੂੰ ਸਮਝਾਉਣ ਦੀ ਜਾਂ ਆਪਣੀ ਗੱਲ ਦਾ ਸੰਚਾਰ ਕਰਨ ਦੀ ਕੋਸ਼ਿਸ਼ ਕਰਦਾ ਸੀ। ਪਰੰਤੂ ਕਿਉਂਕਿ ਉਸ ਕੋਲ ਇੱਕ ਵੋਕਲ ਬਾਕਸ ਹੈ, ਉਸਦੀ ਧੌਣ ਵਿੱਚ ਰੱਬ ਨੇ ਐਸੀ ਜੰਤਰ ਫਿੱਟ ਕੀਤਾ ਜਿਸ ਰਾਹੀਂ ਜਾਨਵਰਾਂ ਤੋਂ ਅੱਗੇ ਉੱਠ ਕੇ ਉਸਨੇ ਨਵੇਂ-ਨਵੇਂ ਅੱਖਰਾਂ ਦਾ ਜੋ ਵਿਨਿਆਸ ਸੀ, ਜੋ ਪ੍ਰਬੰਧ ਸੀ, ਉਸਨੂੰ ਉਚਾਰਨਾ ਸ਼ੁਰੂ ਕੀਤਾ। ਉਹ ਪ੍ਰਬੰਧ ਹੌਲੀ-ਹੌਲੀ ਮਾਨਤਾ ਧਾਰਨ ਕਰਦਾ ਗਿਆ ਔਰ ਜੋ ਸਰੀਰਕ ਸੰਕੇਤ ਸੀ, ਜੋ ਆਵਾਜ਼ਾਂ ਸੀ ਜਾਨਵਰਾਂ ਵਰਗੀਆਂ, ਉਸ ਤੋਂ ਅੱਗੇ ਜਾ ਕੇ ਇਹ ਭਾਸ਼ਾ ਜਾਂ ਬੋਲੀ ਦਾ ਰੂਪ ਲੈ ਗਿਆ। ਹੁਣ ਭਾਸ਼ਾ ਪੈਦਾ ਕਦੋਂ ਹੋਈ, ਕਿਹੜੇ ਸਮੇਂ ਵਿੱਚ ਪੈਦਾ ਹੋਈ, ਇਸ ਦੀ ਹੋਂਦ ਬਾਰੇ ਬੜੇ ਸਾਰੇ ਮਤਭੇਦ ਨੇ, ਪਰ ਇਹ ਕਹਿ ਸਕਦੇ ਹਾਂ ਵੀ ਜੋ ਬੋਲੀ ਜਾਂ ਭਾਸ਼ਾ ਹੈ ਇਹ ਇੱਕ ਵਿਕਾਸ ਯਾਤਰਾ, ਨਿਰੰਤਰ ਵਿਕਾਸ ਯਾਤਰਾ ਜਿਹੜੀ ਇਸਨੇ ਕਰੋੜਾਂ ਸਾਲ ਪਹਿਲੇ ਮਨੁੱਖ ਨੇ ਸ਼ੁਰੂ ਕੀਤੀ ਸੀ। ਉਸ ਕਰੋੜਾਂ ਸਾਲ ਦੀ ਯਾਤਰਾ ਵਿੱਚ ਇਸ ਨੇ ਇਸ ਤਰ੍ਹਾਂ ਦੇ ਪਰਿਵਰਤਨ ਆਪਣੇ ਅੰਦਰ ਕੀਤੇ, ਸਰੀਰ ਵਿੱਚ ਪਰਿਵਰਤਨ ਹੋਏ, ਹਾਵ ਭਾਵ ਵਿੱਚ ਪਰਿਵਰਤਨ ਹੋਏ ਔਰ ਆਵਾਜ਼ਾਂ ਵਿੱਚ ਇਸਨੇ ਉਸ ਨੂੰ ਹੋਰ ਵਿਕਸਿਤ ਕਰਕੇ ਔਰ ਆਪਣੀ ਬੋਲੀ ਦਾ ਰੂਪ ਦੇ ਦਿੱਤਾ। ਬੋਲੀ ਤੇ ਭਾਸ਼ਾ ਦੀ ਅੱਗੇ ਗੱਲ ਕਰਨ ਤੋਂ ਪਹਿਲੇ ਸਾਨੂੰ ਇਹ ਗੱਲ ਜਾਣਨ ਲਈ ਬਹੁਤ ਜ਼ਰੂਰੀ ਹੈ ਕਿ ਬੋਲੀ ਕੀ ਹੈ ਔਰ ਭਾਸ਼ਾ ਕੀ ਹੈ। ਅਕਸਰ ਦੋਨਾਂ ਨੂੰ ਸਮਾਨਾਰਥਕ ਯਾਨੀ ਇੱਕੋ ਵਰਗੇ ਅਰਥਾਂ ਦੇ ਵਿੱਚ ਲੈ ਲਿਆ ਜਾਂਦਾ ਹੈ, ਪਰੰਤੂ ਬੋਲੀ ਦਾ ਮਤਲਬ ਇਹ ਬੋਲ ਕੇ ਭਾਵਾਂ ਦਾ ਮੌਖਿਕ ਪ੍ਰਗਟਾਵਾ ਕਰਦੇ। ਇਹਦਾ ਮਤਲਬ ਜੋ ਬੋਲੀ ਹੁੰਦੀ ਹੈ ਉਹ ਮੌਖਿਕ ਪ੍ਰਗਟਾਵਾ ਕਰਨ ਲਈ ਇਸਤੇਮਾਲ ਕੀਤੀ ਜਾਂਦੀ ਹੈ, ਔਰ ਜੋ ਬੋਲੀ ਹੁੰਦੀ ਹੈ ਹਮੇਸ਼ਾ ਸਥਾਨਕ ਹੁੰਦੀ ਹੈ। ਇੱਕ ਇਲਾਕੇ ਦਾ ਡਾਇਲੈਕਟ ਹੁੰਦਾ ਹੈ, ਇੱਕ ਇਲਾਕੇ ਦਾ ਪ੍ਰਵਾਨਿਤ ਵਰਤੋਂ ਵਿਹਾਰ ਦਾ ਜੋ ਪ੍ਰਬੰਧ ਜਾਂ ਬੋਲੀ ਹੁੰਦੀ ਹੈ ਉਸ ਨੂੰ ਅਸੀਂ ਬੋਲੀ ਕਹਿੰਦੇ ਹਾਂ। ਔਰ ਦੂਸਰੀ ਗੱਲ, ਇਸ ਦੇ ਬੋਲਣ ਦੇ ਨਿਯਮਾਂ ਬਾਰੇ ਕੋਈ ਵਿਸ਼ੇਸ਼ ਪ੍ਰਬੰਧ, ਕੋਈ ਵਿਸ਼ੇਸ਼ ਵਿਆਕਰਣ ਨਿਯਮ, ਕੋਈ ਵਿਸ਼ੇਸ਼ ਪਾਬੰਦੀਆਂ ਨਹੀਂ ਹੁੰਦੀਆਂ। ਇਸ ਦੀ ਸ਼ੁੱਧਤਾ ਵੱਲ ਬਹੁਤਾ ਧਿਆਨ ਨਹੀਂ ਦਿੱਤਾ ਜਾਂਦਾ, ਇਸ ਕਰਕੇ ਇਸ ਨੂੰ ਬੋਲੀ ਕਿਹਾ ਜਾਂਦਾ ਹੈ ਜਾਂ ਇਹ ਬੋਲੀ ਦਾ ਇੱਕ ਅੰਗ ਹੈ, ਇਹ ਇੱਕ ਬੋਲੀ ਦਾ ਇੱਕ ਗੁਣ ਹੈ। ਅਗਲੀ ਗੱਲ ਕਿ ਜੋ ਬੋਲੀ ਉਸ ਦਾ ਕੋਈ ਵਿਆਕਰਣ ਨਹੀਂ, ਵਿਆਕਰਣ ਦਾ ਮਤਲਬ ਹੈ ਵੀ ਸ਼ੁੱਧੀਆਂ ਦੇ ਆਧਾਰ ਤੇ ਇਸ ਤਰ੍ਹਾਂ ਦਾ ਪ੍ਰਬੰਧ ਸਿਰਜ ਲਿਆ ਜਾਂਦਾ ਹੈ ਜਿਸ ਵਿੱਚ ਭਾਸ਼ਾ ਦੀਆਂ ਕਸਵੱਟੀਆਂ ਲਾਈਆਂ ਜਾਂਦੀਆਂ ਨੇ ਵੀ ਇਹ ਭਾਸ਼ਾ ਦੇ ਇੱਕ ਸਟੈਂਡਰਡ ਨਿਯਮ ਤੋਂ
ਪਰੇ ਹੈ, ਇਹ ਉਸ ਦੇ ਅੰਦਰ ਹੈ, ਇਹ ਸ਼ੁੱਧ ਹੈ ਔਰ ਇਹ ਅਸ਼ੁੱਧ ਹੈ, ਉਸ ਨੂੰ ਅਸੀਂ ਵਿਆਕਰਣ ਕਹਿੰਦੇ ਹਾਂ। ਤੇ ਬੋਲੀ ਦਾ ਕੋਈ ਖਾਸ ਵਿਆਕਰਣ ਨਹੀਂ ਹੁੰਦਾ ਔਰ ਸ਼ਬਦਾਂ ਦੇ ਔਰ ਵਾਕ ਬਣਤਰ ਤੇ ਭਿੰਨ-ਭਿੰਨ ਤਰੀਕੇ ਹੁੰਦੇ ਆ। ਇੱਕ ਭਾਸ਼ਾ ਵਿੱਚ ਕਈ ਪ੍ਰਕਾਰ ਦੀਆਂ ਬੋਲੀਆਂ ਹੋ ਸਕਦੀਆਂ, ਇਹਦੀ ਗੱਲ ਅਸੀਂ ਨਾਲ ਹੀ ਕਰਦੇ ਹਾਂ। ਬੋਲੀ ਦੀ ਗੱਲ ਕਰ ਲਈ, ਹੁਣ ਅਸੀਂ ਭਾਸ਼ਾ ਦੀ ਗੱਲ ਕਰਦੇ ਹਾਂ ਬਈ ਕਈ ਬੋਲੀਆਂ ਇਸ ਤਰ੍ਹਾਂ ਦੀਆਂ ਬੋਲੀਆਂ ਮਿਲ ਕੇ, ਜਿਹੜੀਆਂ ਅੱਗੇ ਅਸੀਂ ਲਿਖੀਆਂ ਨੇ, ਕਈ ਬੋਲੀਆਂ ਮਿਲ ਕੇ ਇੱਕ ਭਾਸ਼ਾ ਦਾ ਨਿਰਮਾਣ ਕਰਦੀਆਂ। ਇੱਥੇ ਲਿਖਿਆ ਹੈ ਸਾਰਾ ਮੌਖਿਕ ਪ੍ਰਗਟਾਵਾ ਹੈ, ਪਰੰਤੂ ਜਦੋਂ ਮੌਖਿਕ ਪ੍ਰਗਟਾਵਾ ਕਿਸੇ ਵਿਸ਼ੇਸ਼ ਪ੍ਰਕਾਰ ਦੀ ਲਿਪੀ ਦੇ ਅਧੀਨ ਆ ਜਾਂਦਾ, ਉਹਦਾ ਸਰੂਪ ਲਿਖਿਤ ਹੋ ਜਾਂਦਾ, ਉਸ ਨੂੰ ਫਿਰ ਭਾਸ਼ਾ ਕਹਿੰਦੇ ਆ। ਔਰ ਜੋ ਲਿਖਿਤ ਸਰੂਪ ਇਸ ਤਰ੍ਹਾਂ ਦਾ ਹੋ ਜਾਂਦਾ ਹੈ, ਉਸ ਦੇ ਨਿਯਮਬੱਧ ਹੋ ਜਾਂਦੇ ਨੇ, ਉਸ ਦੇ ਨਿਯਮਾਂ ਦਾ ਇੱਕ ਸੰਕਲਨ ਹੋ ਜਾਂਦਾ, ਇੱਕ ਸੰਗ੍ਰਹਿ ਹੋ ਜਾਂਦਾ, ਜਿਸ ਨੂੰ ਅਸੀਂ ਵਿਆਕਰਣ ਕਹਿੰਦੇ ਆ। ਬੋਲੀ ਦਾ ਹੌਲੀ ਹੌਲੀ ਵਿਕਾਸ ਰੂਪ ਇੱਕ ਨਵੇਂ ਪ੍ਰਕਾਰ ਦੇ ਵਿਆਕਰਣ ਨੂੰ ਜਨਮ ਦਿੰਦਾ ਹੈ। ਜਦੋਂ ਵਿਆਕਰਣ ਬਣਦਾ ਤਾਂ ਅਸੀਂ ਉਸੇ ਬੋਲੀ ਨੂੰ ਫਿਰ ਭਾਸ਼ਾ ਦਾ ਰੂਪ ਦੇ ਦਿੰਦੇ ਹਾਂ। ਇਸ ਭਾਸ਼ਾ ਵਿੱਚ ਬੋਲੀ ਕਰਕੇ, ਵਿਆਕਰਣ ਕਰਕੇ ਹੁਣ ਸ਼ੁੱਧ ਸਾਹਿਤ ਦੀ ਰਚਨਾ ਕੀਤੀ ਜਾ ਸਕਦੀ ਹੈ, ਕਿਉਂਕਿ ਜੋ ਭਾਸ਼ਾ ਦੇ ਨੇਮ ਨੇ ਉਹ ਬੋਲੀ ਤੋਂ ਅੱਗੇ ਜਾ ਕੇ ਉਹ ਵਿਗਿਆਨਿਕ ਹੋ ਜਾਂਦੇ ਨੇ ਔਰ ਇੱਕ ਪ੍ਰਕਾਰ ਵਿਸ਼ੇਸ਼ ਪ੍ਰਕਾਰ ਦੇ ਪੜ੍ਹੇ ਲਿਖੇ ਲੋਕਾਂ 'ਚੋਂ ਪ੍ਰਵਾਨਿਤ ਹੋ ਜਾਂਦੇ ਨੇ। ਬੋਲੀ ਦਾ ਜਿੱਦਾਂ ਅਸੀਂ ਘੇਰਾ ਦੱਸਿਆ ਸੀ, ਇੱਕ ਸੀਮਿਤ ਖੇਤਰ ਵਿੱਚ ਕੁਝ ਲੋਕਾਂ ਦਾ ਆਪਸੀ ਆਦਾਨ ਪ੍ਰਦਾਨ ਕੁਝ ਲਹਿਜੇ ਦੇ ਅਨੁਸਾਰ ਹੁੰਦਾ ਹੈ, ਪਰੰਤੂ ਜੋ ਭਾਸ਼ਾ ਉਸਦਾ ਜੋ ਖੇਤਰ ਹੈ ਬਹੁਤ ਵਿਸ਼ਾਲ ਹੁੰਦਾ ਹੈ ਔਰ ਇਸ ਨੂੰ ਸਾਹਿਤਕ ਖੇਤਰ ਵਿੱਚ, ਸਮਾਜਿਕ ਵਿਹਾਰਾਂ ਵਿੱਚ, ਚਿੱਠੀ ਪੱਤਰੀਕਰਨ ਦੇ ਵਿੱਚ ਇਸ ਭਾਸ਼ਾ ਦਾ ਇਸਤੇਮਾਲ ਕੀਤਾ ਜਾਂਦਾ ਹੈ। ਇੱਥੇ ਜੋ ਭਾਸ਼ਾ ਹੈ ਬੋਲੀ ਤੋਂ ਅੱਗੇ ਨਿਕਲ ਕੇ ਜ਼ਿਆਦਾ ਵਿਕਸਿਤ ਰੂਪ ਧਾਰਨ ਕਰ ਲੈਂਦੀ ਹੈ। ਜਦੋਂ ਅਸੀਂ ਪੰਜਾਬੀ ਦੀਆਂ ਬੋਲੀਆਂ ਦੀ, ਵੈਸੇ ਤਾਂ ਪੰਜਾਬੀ ਮਾਂ ਬੋਲੀ ਹੈ, ਪੰਜਾਬੀ ਭਾਸ਼ਾ ਹੈ ਜਿਹੜੀ ਸਾਹਿਤਕ ਭਾਸ਼ਾ ਵੀ ਹੈ, ਵਿਆਕਰਣਕ ਭਾਸ਼ਾ ਵੀ ਹੈ ਔਰ ਵਿਗਿਆਨਿਕ ਭਾਸ਼ਾ ਵੀ ਹੈ, ਪਰੰਤੂ ਜਦੋਂ ਅਸੀਂ ਇਸ ਦੀਆਂ ਡਾਇਲੈਕਟਸ ਦੀ ਗੱਲ ਕਰਦੇ, ਉਪ ਬੋਲੀਆਂ ਦੀ ਗੱਲ ਕਰਦੇ ਹਾਂ, ਤਾਂ ਸਾਡੇ ਕੋਲ ਬੜੀਆਂ ਸਾਰੀਆਂ ਬੋਲੀਆਂ ਨੇ, ਜਿੱਦਾਂ ਮਾਝੀ, ਜਿਸ ਨੂੰ ਟਕਸਾਲੀ ਬੋਲੀ ਵੀ ਕਿਹਾ ਜਾਂਦਾ, ਸਟੈਂਡਰਡ ਬੋਲੀ ਵੀ ਕਿਹਾ ਜਾਂਦਾ। ਇਸ ਨੂੰ ਸਾਰੇ ਪੰਜਾਬੀਆਂ ਨੇ ਟਕਸਾਲੀ ਯਾਨੀ ਸਟੈਂਡਰਡ ਬੋਲੀ ਕਰਕੇ ਕਬੂਲ ਕਰ ਲਿਆ। ਉਸ ਤੋਂ ਇਲਾਵਾ ਦੁਆਬੀ ਹੈ, ਮਲਵਈ ਹੈ, ਪੁਆਧੀ ਹੈ, ਰਾਠੀ ਹੈ ਜਾਂ ਪੋਠੋਹਾਰੀ ਵੀ ਕਹਿ ਲੈਂਦੇ ਆ, ਮੁਲਤਾਨੀ ਹੈ, ਝਾਂਗੀ ਹੈ, ਪਟਿਆਣੀ ਹੈ ਜਾਂ ਰਾਜਸਥਾਨ ਦੇ ਇਲਾਕੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ। ਇਸ ਤੋਂ ਇਲਾਵਾ ਪੁੰਛ, ਕਸ਼ਮੀਰ ਦੇ ਇਲਾਕੇ ਜੋ ਉਹਨੂੰ ਪੁੰਛੀ ਕਹਿੰਦੇ ਆ, ਜਾਂ ਜੋ ਡੋਗਰੀ ਬੋਲੀ ਹੈ ਜਿਹੜੀ ਕਿ ਹਿਮਾਚਲ ਤੇ ਕਸ਼ਮੀਰ ਦੇ ਕੁਝ ਇਲਾਕਿਆਂ ਵਿੱਚ ਬੋਲੀ ਜਾਂਦੀ ਹੈ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਡਾਇਲੈਕਟਸ ਨੇ ਜਿਹੜੇ ਕਿ ਬੋਲੀਆਂ ਦੇ ਤੌਰ ਤੇ, ਉਪ ਭਾਸ਼ਾਵਾਂ ਦੇ ਤੌਰ ਤੇ ਪੰਜਾਬੀ ਖਿੱਤੇ ਦਾ ਮਤਲਬ ਮੇਰਾ ਕਹਿਣ ਦਾ ਭਾਵ ਇਹ ਹੈ ਵੀ ਭਾਰਤੀ ਪੰਜਾਬ ਔਰ ਜੋ ਪਾਕਿਸਤਾਨੀ ਪੰਜਾਬ, ਇੱਕ ਪੂਰਾ ਇੱਕੋ ਇਲਾਕਾ ਸੀ ਜਿਸ ਵਿੱਚ ਪੰਜਾਬੀ ਮਾਂ ਬੋਲੀ ਦੇ ਅਲੱਗ-ਅਲੱਗ ਰੂਪ ਮਿਲਦੇ ਨੇ। ਤੇ ਜਿੱਦਾਂ ਅਸੀਂ ਇੱਥੇ ਗੁਰਮੁਖੀ ਕਹਿੰਦੇ ਆ, ਉੱਥੇ ਸ਼ਾਹਮੁਖੀ ਕਹਿੰਦੇ ਆ। ਸ਼ਾਹਮੁਖੀ ਦਾ ਮਤਲਬ ਜਿਸ ਭਾਸ਼ਾ ਨੂੰ ਉਹ ਆਪਣੀ ਅਰਬੀ, ਫਾਰਸੀ, ਉਰਦੂ ਲਿਪੀ ਵਿੱਚ ਉਸ ਨੂੰ ਢਾਲ ਕੇ ਪੰਜਾਬੀ ਮਾਂ ਬੋਲੀ, ਪੰਜਾਬੀ ਭਾਸ਼ਾ ਦਾ ਸਾਹਿਤ ਰੂਪ ਤਿਆਰ ਕਰਦੇ ਨੇ। ਅਸੀਂ ਬਾਅਦ 'ਚ ਗੱਲ ਕਰਾਂਗੇ। ਹੁਣ ਬੋਲੀਆਂ ਮਾਝੀ ਕਿਉਂ ਅਲੱਗ ਹੈ, ਦੁਆਬੀ ਕਿਉਂ ਅਲੱਗ ਹੈ, ਹੁਣ ਮਾਝੀ ਔਰ ਮਲਵਈ ਦਾ ਕਿਉਂ ਫਰਕ ਪੈ ਗਿਆ, ਹੁਣ ਦੁਆਬੀ ਔਰ ਰਾਠੀਆਂ, ਪੋਠੋਹਾਰੀ, ਮੁਲਤਾਨੀ, ਝਾਂਗੀ, ਇਹ ਬੋਲੀਆਂ ਅਲੱਗ-ਅਲੱਗ ਤੌਰ ਤੇ ਕਿਉਂ ਪਛਾਣੀ ਜਾਂਦੀ ਹੈ? ਇਹਨਾਂ ਨੂੰ ਅਲੱਗ-ਅਲੱਗ ਬੋਲੀਆਂ ਕਰਕੇ ਕਿਉਂ ਜਾਣਿਆ ਜਾਂਦਾ, ਡਾਇਲੈਕਟਸ ਕਰਕੇ ਕਿਉਂ ਜਾਣਿਆ ਜਾਂਦਾ, ਜਾਂ ਉਪ ਭਾਸ਼ਾਵਾਂ, ਉਪ ਬੋਲੀਆਂ ਕਰਕੇ ਕਿਉਂ ਜਾਣਿਆ ਜਾਂਦਾ? ਇਸ ਦਾ ਕਾਰਨ ਇਹ ਹੈ ਭੂਗੋਲਿਕ ਕਾਰਨ, ਕਿਉਂਕਿ ਪੁਰਾਤਨ ਸਮੇਂ ਵਿੱਚ ਆਵਾਜਾਈ ਦੇ ਸਾਧਨ ਨਹੀਂ ਹੁੰਦੇ ਸਨ। ਇੱਕ ਇਲਾਕੇ ਦੇ ਲੋਕਾਂ ਦਾ ਜੋ ਜ਼ਿਆਦਾ ਮੇਲਜੋਲ ਦੂਰਲੇ ਪਾਰਲੇ ਇਲਾਕਿਆਂ ਨਾਲ ਨਹੀਂ ਹੁੰਦਾ ਸੀ। ਇਸ ਦਾ ਮੁੱਖ ਕਾਰਨ ਸੀ ਵੀ ਰਸਤੇ ਦਰਿਆ ਆਉਂਦੇ ਸੀ, ਵੱਡੇ ਪਹਾੜ ਦੇ ਇਸ ਪਾਸੇ ਵਸੋਂ ਅਲੱਗ ਹੈ, ਉਸ ਪਾਸੇ ਵਸੋਂ ਅਲੱਗ ਹੈ, ਔਰ ਦੁਰਗਮ ਯਾਨੀ ਔਖੇ ਰਸਤਿਆਂ ਕਰਕੇ ਇੱਕ ਦੂਜੇ ਦੇ ਥਾਂ ਤੇ ਜਾਣਾ ਬਹੁਤ ਔਖਾ ਸੀ। ਜੰਗਲ ਸੀ, ਰੇਗਿਸਤਾਨ ਸੀ, ਔਰ ਸਭ ਤੋਂ ਵੱਡੀ ਗੱਲ ਕਿ ਆਵਾਜਾਈ ਦੇ ਆਧੁਨਿਕ ਸਾਧਨ ਨਹੀਂ ਸਨ ਔਰ ਲੋਕੀ ਇੱਕ ਦੂਜੇ ਇਲਾਕੇ ਵਿੱਚ ਜੰਗਲੀ ਰਸਤੇ ਹੋਣ ਕਰਕੇ ਗੁਰੇਜ਼ ਕਰਦੇ ਸੀ। ਇਸ ਕਰਕੇ ਕੁਝ ਲੋਕ ਇੱਕ ਇਲਾਕੇ ਤੱਕ ਸੀਮਿਤ ਹੋ ਕੇ ਆਪਣੇ ਭਾਸ਼ਾ ਨੂੰ, ਕੁਝ ਸ਼ਬਦਾਂ ਨੂੰ ਲੈ ਕੇ, ਕੁਝ ਸ਼ਬਦਾਂ ਨੂੰ ਛੱਡ ਕੇ ਇੱਕ ਨਵੇਂ ਪ੍ਰਕਾਰ ਦਾ ਬੋਲੀ ਪ੍ਰਬੰਧ ਬਣਾਉਂਦੇ ਸੀ, ਜਿਸ ਨੂੰ ਅਸੀਂ ਅੱਜ ਕੱਲ੍ਹ ਉਪ ਭਾਸ਼ਾਵਾਂ ਜਾਂ ਉਪ ਬੋਲੀਆਂ ਕਹਿੰਦੇ ਹਾਂ। ਇਸ ਕਰਕੇ ਦੁਆਬੀ ਔਰ ਪੁਆਧੀ ਦੇ ਜੋ ਸੁਭਾਵ ਹੈ ਦੋਨੋਂ ਅਲੱਗ-ਅਲੱਗ ਹੈ, ਪੰਜਾਬੀ ਹੈ, ਪਰੰਤੂ ਜੋ ਸ਼ਬਦ ਚੋਣ ਹੈ, ਜੋ ਸ਼ਬਦ ਭੰਡਾਰ ਹੈ, ਜੋ ਸ਼ਬਦਾਂ ਦਾ ਸਮੂਹ ਹੈ, ਉਹ ਡਿਫਰੈਂਟ ਹੋਣ ਕਰਕੇ, ਪੰਜਾਬੀ ਹੋਣ ਦੇ ਬਾਵਜੂਦ ਇਹਨਾਂ ਦੇ ਸੁਭਾਅ ਕਰਕੇ ਇਸ ਨੂੰ ਮਾਝੀ, ਦੁਆਬੀ, ਮਲਵਈ, ਪੁਆਧੀ, ਮੁਲਤਾਨੀ, ਝਾਂਗੀ, ਪਟਿਆਣੀ, ਪੁੰਛੀ ਜਾਂ ਡੋਗਰੀ ਬੋਲੀਆਂ ਕਰਕੇ ਅਲੱਗ ਤੋਂ ਪਹਿਚਾਣਿਆ ਜਾ ਸਕਦਾ ਹੈ। ਇਸ ਕਰਕੇ ਇਹ ਜੋ ਸਾਰੀਆਂ ਬੋਲੀਆਂ ਜਦੋਂ ਆਪਸ ਮਿਲ ਕੇ ਇਕੱਠੀਆਂ ਹੁੰਦੀਆਂ ਨੇ, ਇੱਕ ਬਹੁਤ ਵੱਡਾ ਪ੍ਰਬੰਧ, ਬਹੁਤ ਵੱਡਾ ਸ਼ਬਦ ਭੰਡਾਰ ਪੰਜਾਬੀ ਮਾਂ ਬੋਲੀ ਜਾਂ ਪੰਜਾਬੀ ਸਾਹਿਤਕ ਬੋਲੀ ਦੇ ਭਾਸ਼ਾ ਦੇ ਆਧਾਰ ਤੇ ਇਸ ਦਾ ਨਿਰਮਾਣ ਕਰਦੀਆਂ ਨੇ। ਜਦੋਂ ਅਸੀਂ ਪੰਜਾਬੀ ਭਾਸ਼ਾ
ਦੇ ਉਤਪੰਨ यानी ਉਹਦੇ ਨਿਕਾਸ ਬਾਰੇ ਗੱਲ ਕਰਦੇ ਹਾਂ ਤਾਂ ਸਾਨੂੰ ਪਤਾ ਹੈ ਵੀ ਇਹ ਪੰਜਾਬ ਦੇ ਇਲਾਕੇ ਵਿੱਚ ਪੈਦਾ ਹੋਈ ਭਾਸ਼ਾ ਹੈ। ਪੰਜਾਬ ਦਾ ਮਤਲਬ ਪੰਜ ਆਬ यानी ਪੰਜ ਪਾਣੀ। ਆਬ ਫਾਰਸੀ ਵਿੱਚ ਪਾਣੀ ਨੂੰ ਕਹਿੰਦੇ ਹੈ। ਇਸ ਨੂੰ ਪੰਚ ਨਦ ਵੀ ਇਸ ਇਲਾਕੇ ਨੂੰ ਕਿਹਾ ਜਾਂਦਾ, ਇਸ ਨੂੰ ਸਪਤ ਸਿੰਧੂ ਪ੍ਰਦੇਸ਼ ਵੀ ਕਹਿੰਦੇ ਸੀ। ਇਹ ਸਾਡਾ ਟੌਪਿਕ ਤੇ ਨਹੀਂ, ਪਰੰਤੂ ਇਸ ਬਾਰੇ ਝਲਕ ਦੇਣੀ ਜਿਹੜਾ ਜ਼ਰੂਰੀ ਸਮਝਦਾ ਮੈਂ, ਕਿਉਂਕਿ ਜੋ ਸਤਲੁਜ ਨਦੀ ਹੈ ਜਿਹਨੂੰ ਸ਼ਤੁਦਰੀ ਵੀ ਸੰਸਕ੍ਰਿਤ ਕਿਹਾ ਜਾਂਦਾ ਹੈ, ਬਿਆਸ ਨਦੀ ਵਿਪਾਸ਼ਾ ਕਿਹਾ ਜਾਂਦਾ ਹੈ, ਰਾਵੀ ਨਦੀ ਪੁਰੁਸ਼ਣੀ ਜਾਂ ਇਰਾਵਦੀ ਕਿਹਾ ਜਾਂਦਾ ਹੈ, ਚਨਾਬ ਜਿਸਨੂੰ ਅਸਕਨੀ ਔਰ ਝੇਲਮ ਜਿਹੜੀ ਹੈ ਵਿਤਸਤਾ ਕਿਹਾ ਜਾਂਦਾ ਹੈ। ਇਹ ਜੋ ਪੰਜ ਨਦੀਆਂ ਇਹ ਸਿੰਧੂ ਨਦੀ ਦੀਆਂ ਸਹਾਇਕ ਨਦੀ ਨੇ, ਟ੍ਰਿਬਿਊਟਰੀ ਨੇ। ਔਰ ਇਸ ਤੋਂ ਇਲਾਵਾ ਇੱਕ ਹੋਰ ਹੈ ਸਰਸਵਤੀ। ਪੰਜਾਬ ਵਿੱਚ ਪੰਜ ਨਦੀਆਂ ਨੇ, ਸਤਲੁਜ, ਬਿਆਸ, ਰਾਵੀ, ਚਨਾਬ, ਝੇਲਮ। ਇਹਨਾਂ ਇਲਾਕਿਆਂ ਵਿੱਚ ਜਿਹੜੀ ਭਾਸ਼ਾ ਇਸ ਦੇ ਕਿਨਾਰਿਆਂ ਤੇ ਜਿਹੜੀ ਭਾਸ਼ਾ ਪੈਦਾ ਹੋਈ ਹੈ, ਪੰਜ ਪਾਣੀਆਂ ਦੇ ਕਿਨਾਰੇ ਤੇ ਜਿਹੜੀ ਭਾਸ਼ਾ ਪੈਦਾ ਹੋਈ ਹੈ ਉਸ ਨੂੰ ਪੰਜਾਬੀ ਕਿਹਾ ਜਾਂਦਾ ਹੈ। ਪਰੰਤੂ ਕਈ ਇਸ ਨੂੰ ਸਪਤ ਸਿੰਧੂ ਪ੍ਰਦੇਸ਼ ਦੀ ਭਾਸ਼ਾ ਵੀ ਕਹਿੰਦੇ ਨੇ। ਸਪਤ ਸਿੰਧੂ ਦਾ ਮਤਲਬ ਹੈ ਵੀ ਇੱਕ ਤਾਂ ਸਿੰਧੂ ਨਦੀ, ਪੰਜ ਉਸ ਦੀਆਂ ਸਹਾਇਕ ਨਦੀਆਂ ਜਿਹੜੀਆਂ ਅਸੀਂ ਗੱਲ ਕੀਤੀ ਹੈ, ਔਰ ਇੱਕ ਸਰਸਵਤੀ ਨਦੀ ਜਿਸ ਨੂੰ ਬੜੀ ਪਵਿੱਤਰ ਨਦੀ ਕਿਹਾ ਜਾਂਦਾ ਹੈ। ਔਰ ਸਿੰਧੂ ਦਾ ਜੋ ਜ਼ਿਕਰ ਹੈ ਉਹ ਰਿਗਵੇਦ ਵਿੱਚ ਵੀ ਆਉਂਦਾ ਹੈ। ਔਰ ਜੋ ਸਰਸਵਤੀ ਨਦੀ ਹੈ ਉਸ ਨੂੰ ਬੜੀ ਪਾਵਨ ਤੌਰ ਤੇ ਮਾਨਤਾ ਪ੍ਰਾਪਤ ਹੈ। ਹੁਣ ਅਸੀਂ ਦੇਖਦੇ ਹਾਂ ਵੀ ਜੋ ਪੰਜਾਬੀ ਭਾਸ਼ਾ ਹੈ ਉਹ ਆਰੀਆ ਲੋਕਾਂ ਦੀਆਂ ਭਾਸ਼ਾਵਾਂ ਵਿੱਚੋਂ ਇੱਕ ਹੈ। ਆਰੀਆ ਭਾਸ਼ਾਵਾਂ ਕਿਹੜੀਆਂ ਨੇ ਅਸੀਂ ਹੁਣੀ ਗੱਲ ਕਰਦੇ ਹਾਂ ਵੀ ਪੰਜਾਬੀ ਆਰੀਆ ਲੋਕਾਂ ਦੀ ਭਾਸ਼ਾਵਾਂ ਵਿੱਚੋਂ ਇੱਕ ਹੈ। ਆਰੀਆ ਲੋਕ ਜੋ ਨਾਰਦਰਨ ਇਲਾਕੇ ਵਿੱਚੋਂ ਭਾਰਤ ਤੇ ਹਮਲਾ ਕਰਕੇ ਇੱਥੋਂ ਦੇ ਵਸਨੀਕ ਬਣ ਗਏ। ਕੁੱਲ ਮਿਲਾ ਕੇ ਸੰਸਾਰ ਵਿੱਚ 7000 ਭਾਸ਼ਾਵਾਂ ਮੰਨੀਆਂ ਜਾਂਦੀਆਂ। ਕੁਝ ਅਲੋਪ ਹੋ ਗਈਆਂ ਨੇ ਔਰ ਕੁਝ ਅਲੋਪ ਜਿਹੜੀਆਂ ਹੋਣ ਵਾਲੀਆਂ ਨੇ ਔਰ ਕਈ ਸਥਾਈ ਨੇ। ਸੰਸਾਰ ਭਰ ਵਿੱਚ 7000 ਭਾਸ਼ਾਵਾਂ ਨੂੰ ਮਾਨਤਾ ਪ੍ਰਾਪਤ ਹੈ, ਜਿਨ੍ਹਾਂ ਵਿੱਚੋਂ ਕਾਫੀ ਜਿਹੜੀਆਂ ਭਾਸ਼ਾਵਾਂ ਨੇ ਉਹ ਲੁਪਤ ਹੋ ਚੁੱਕੀਆਂ ਨੇ, ਗਾਇਬ ਮਿਟ ਚੁੱਕੀਆਂ ਨੇ, ਕਿਉਂਕਿ ਉਹਨਾਂ ਦੇ ਬੋਲਣ ਵਾਲੇ ਨਹੀਂ ਰਹੇ। ਤੇ ਇਹਨਾਂ ਸਾਰੀਆਂ ਭਾਸ਼ਾਵਾਂ ਨੂੰ 13 ਜਾਂ 14 ਭਾਸ਼ਾ ਪਰਿਵਾਰਾਂ ਵਿੱਚੋਂ ਮੰਨਿਆ ਜਾਂਦਾ ਹੈ। ਔਰ ਜੋ ਪੰਜਾਬੀ ਭਾਸ਼ਾ ਹੈ ਇਸ ਨੂੰ ਭਾਰਤੀ ਯੂਰਪੀ ਪਰਿਵਾਰ ਦੀ ਇੱਕ ਸਦੱਸਿਆ ਮੰਨਿਆ ਜਾਂਦਾ, ਇੱਕ ਮੈਂਬਰ ਮੰਨਿਆ ਜਾਂਦਾ। ਇਸ ਨੂੰ ਭਾਰੋਪੀ ਵੀ ਕਹਿੰਦੇ। ਇਸ ਨੂੰ ਨੋਟ ਕਰ ਲੈਣਾ, ਹੋ ਸਕਦਾ ਪੇਪਰ ਵਿੱਚ ਆਪਸ਼ਨ ਆ ਸਕਦਾ ਹੈ। ਇਸ ਨੂੰ ਭਾਰੋਪੀ ਪਰਿਵਾਰ ਵਿੱਚੋਂ ਯਾਨੀ ਭਾਰਤੀ ਯੂਰਪੀ ਪਰਿਵਾਰ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਜਦੋਂ ਇਸ ਦਾ ਫਲੋ ਚਾਰਟ ਦੇਖਦੇ ਹਾਂ ਵੀ ਪੰਜਾਬੀ ਜੋ ਭਾਸ਼ਾ ਇਸ ਦਾ ਫਲੋ ਚਾਰਟ ਕੀ ਹੈ, ਇਹ ਕਿੱਥੋਂ ਕਿੱਥੋਂ ਪਹੁੰਚ ਕੇ ਤੇ ਪੰਜਾਬੀ ਮਾਂ ਬੋਲੀ ਦਾ ਰੂਪ, ਪੰਜਾਬੀ ਭਾਸ਼ਾ ਦਾ ਰੂਪ ਲੈ ਚੁੱਕੀ ਹੈ। ਇਹ ਆਰੀਆਂ ਭਾਸ਼ਾਵਾਂ ਦੇ ਵਿੱਚੋਂ ਨਿਕਲੀ ਭਾਸ਼ਾ, ਜਿੱਦਾਂ ਅਸੀਂ ਹੁਣੀ ਗੱਲ ਕੀਤੀ ਹੈ। ਅਸੀਂ ਪੰਜਾਬੀ ਭਾਸ਼ਾ ਨੂੰ ਦੇਖਦੇ ਹਾਂ ਵੀ ਸਭ ਤੋਂ ਪਹਿਲੇ ਵੈਦਿਕ ਭਾਸ਼ਾ ਜੋ ਵੇਦਾਂ ਦੇ ਵਿੱਚ ਜਿਸ ਦਾ ਜ਼ਿਕਰ ਆਉਂਦਾ ਹੈ, ਉਸ ਤੋਂ ਜੋ ਉਸ ਦਾ ਸੁਧਰਿਆ ਜੋ ਇੱਕਦਮ ਪਰਿਸ਼ਕ੍ਰਿਤ ਰੂਪ ਹੈ ਉਹ ਫਿਰ ਸੰਸਕ੍ਰਿਤ ਹੈ। ਵੈਦਿਕ ਭਾਸ਼ਾ ਜੋ ਸੰਸਕ੍ਰਿਤ ਭਾਸ਼ਾ ਬਣੀ, ਸੰਸਕ੍ਰਿਤ ਤੋਂ ਫਿਰ ਪਾਲੀ ਬਣੀ। ਪਾਲੀ ਭਾਸ਼ਾ ਅੱਗੇ ਦੋ ਹਿੱਸਿਆਂ 'ਚ ਵੰਡੀ ਗਈ। ਇੱਕ ਪਾਸੇ ਸ਼ੌਰ ਸ਼੍ਰੇਣੀ ਬਣੀ, ਸ਼ੌਰ ਸ਼੍ਰੇਣੀ ਦੀ ਅਪਭ੍ਰੰਸ਼, ਅਪਭ੍ਰੰਸ਼ ਕਹਿੰਦੇ ਟੁੱਟ ਫੁੱਟ, ਯਾਨੀ ਇਹ ਜੋ ਸੰਸਕ੍ਰਿਤ ਵਿੱਚੋਂ ਪਾਲੀ ਦਾ ਨਿਰਮਾਣ ਹੋਇਆ ਉਹਦੇ ਫਿਰ ਟੁੱਟ ਫੁੱਟ ਵਾਲਾ ਜਿਹੜਾ ਰੂਪ ਸੀ ਨਾ, ਜਿੱਦਾਂ ਅਸੀਂ ਟੁੱਟ ਫੁੱਟ ਵਾਲੀ ਕਹਿ ਸਕਦੇ ਹਾਂ ਵੀ ਜਿਹੜੀ ਉਰਦੂ ਭਾਸ਼ਾ ਹੈ, ਜਦੋਂ ਫਾਰਸੀ ਦੇ ਇਲਾਕੇ ਵਿੱਚੋਂ ਅਰਬ ਦੇਸ਼ਾਂ ਵਿੱਚੋਂ ਹਮਲਾਵਰ ਹਿੰਦੁਸਤਾਨ ਆਏ ਤਾਂ ਦਿੱਲੀ ਦੇ ਬਾਜ਼ਾਰ, ਜਿੱਥੇ ਕਿ ਅੱਜ ਚਾਂਦਨੀ ਚੌਕ ਮੰਨਿਆ ਜਾਂਦਾ ਹੈ, ਉਹਨਾਂ ਬਾਜ਼ਾਰਾਂ ਵਿੱਚ ਹਿੰਦੀ ਬੋਲੀ ਜਾਂਦੀ ਸੀ। ਪਰੰਤੂ ਜੋ ਹਮਲਾਵਰ ਸੀ, ਜੋ ਸੈਨਿਕ ਲੋਕ ਸੀ, ਉੱਥੇ ਸੌਦਾਗਰਾਂ ਦੇ ਕੋਲ ਆਪਣਾ ਸਮਾਨ ਲੈਣ ਲਈ, ਰੋਜ਼ਮਰਰਾ ਦੇ ਜ਼ਰੂਰਤਾਂ ਦਾ ਸਮਾਨ ਲੈਣ ਆਉਂਦੇ ਸੀ। ਹੁਣ ਉਹਨਾਂ ਨੇ ਇੱਕ ਸੌਖਾ ਜਿਹਾ ਤਰੀਕਾ ਲੱਭਾ, ਆਪਣੇ ਜੋ ਪੁਰਾਤਨ ਬੋਲੀ ਦਾ ਸਰੂਪ ਸੀ ਜਿਸ ਨੂੰ ਅਸੀਂ ਫਾਰਸੀ ਜਾਂ ਅਰਬੀ ਕਹਿੰਦੇ ਹਾਂ, ਇੱਥੇ ਲੋਕਾਂ ਨੇ ਹਿੰਦੀ ਦਾ ਭਾਸ਼ਾ ਦਾ ਰੂਪ ਸੀਗਾ, ਦੋਨੋਂ ਨੂੰ ਮਿਲਾ ਕੇ ਉਰਦੂ ਨਾਮ ਦੀ ਇੱਕ ਸਰਲ ਜਿਹੀ ਟੁੱਟੀ ਫੁੱਟੀ ਜਿਹੀ ਭਾਸ਼ਾ ਗੁਜ਼ਾਰੇ ਲਾਇਕ ਬਣਾ ਲਈ, ਜੋ ਬਾਜ਼ਾਰਾਂ ਵਿੱਚ ਪ੍ਰਚਲਿਤ ਸੀ। ਇਸ ਕਰਕੇ ਜਿਹੜੀ ਉਰਦੂ ਹੈ ਦਿੱਲੀ ਦੇ, ਪੁਰਾਣੀ ਦਿੱਲੀ ਦੇ ਬਾਜ਼ਾਰਾਂ ਵਿੱਚ ਪੈਦਾ ਹੋਈ ਭਾਸ਼ਾ ਹੈ। ਇਸ ਤਰ੍ਹਾਂ ਦੀ ਇੱਕ ਭਾਸ਼ਾ ਅਪਭ੍ਰੰਸ਼ ਵੀ ਮੰਨੀ ਜਾਂਦੀ ਹੈ। ਯਾਨੀ ਇਹ ਸਿੰਪਲ ਜਿਹਾ ਉਦਾਹਰਨ ਦੇ ਰਹੇ ਇੱਕ ਸਮਝਣ ਦੇ ਲਈ। ਸ਼ੌਰ ਸੈਣੀ ਜੋ ਪਾਲੀ ਭਾਸ਼ਾ ਤੋਂ ਨਿਕਲ ਕੇ ਭਾਸ਼ਾ ਬਣੀ, ਇਸ ਦਾ ਅਪਭ੍ਰੰਸ਼, ਉਸ ਤੋਂ ਫਿਰ ਕੈਕਈ ਨਾਮ ਦੀ ਜਿਹੜੀ ਸੀ ਨਾ ਉਹ ਭਾਸ਼ਾ ਦਾ ਰੂਪ ਸਾਹਮਣੇ ਆਇਆ। ਜਦੋਂ ਅਸੀਂ ਪਾਲੀ ਦਾ ਦੂਸਰਾ ਰੂਪ ਦੇਖਦੇ, ਦੂਸਰੀ ਧਾਰਾ ਦੇਖਦੇ ਹਾਂ ਤਾਂ ਪੈਸ਼ਾਚੀ ਹੈ। ਪੈਸ਼ਾਚੀ ਦੇ ਅਪਭ੍ਰੰਸ਼ ਯਾਨੀ ਟੁੱਟ ਫੁੱਟ ਵਾਲੀ ਭਾਸ਼ਾ, ਫਿਰ ਟਾਕਰੀ ਹੈ। ਹੁਣ ਕੈਕਈ ਔਰ ਟਾਕਰੀ ਤੋਂ ਬਾਅਦ ਫਿਰ ਦੋਨਾਂ ਦੇ ਮਿਸ਼ਰਣ ਤੋਂ ਪੰਜਾਬੀ ਮਾਂ ਬੋਲੀ ਦਾ ਜਨਮ ਹੋਇਆ ਮੰਨਿਆ ਜਾਂਦਾ ਹੈ। ਇਹ ਵਿਦਵਾਨਾਂ ਦਾ ਮਤ ਹੈ। ਦੂਜੇ ਪਾਸੇ ਜਦੋਂ ਅਸੀਂ ਲਿਪੀ ਦੀ ਗੱਲ ਕਰਦੇ ਹਾਂ, ਪੰਜਾਬੀ ਬੋਲੀ ਨੂੰ, ਪੰਜਾਬੀ ਭਾਸ਼ਾ ਨੂੰ ਗੁਰਮੁਖੀ ਲਿਪੀ ਵਿੱਚ ਬਿਆਨ ਯਾਨੀ ਉਸ ਨੂੰ ਲਿਪੀਬੱਧ ਕੀ, ਉਸ ਨੂੰ ਲਿਖਿਆ ਜਾਂਦਾ ਹੈ। ਤੇ ਇਹ ਜੋ ਗੁਰਮੁਖੀ ਲਿਪੀ ਹੈ ਇਸ ਦਾ ਵੀ ਵਿਸਤਾਰ ਹੈ, ਇਸ ਦਾ ਵੀ ਵਿਕਾਸ ਯਾਤਰਾ ਹੈ। ਸਭ ਤੋਂ ਪਹਿਲੇ ਬ੍ਰਾਹਮੀ ਲਿਪੀ ਬਣੀ। ਬ੍ਰਾਹਮੀ ਲਿਪੀ ਜੋ ਸ਼ਿਲਾ ਲੇਖਾਂ ਤੇ ਹੈ ਔਰ ਬਹੁਤ ਪੁਰਾਤਨ ਹੈ ਔਰ ਬਹੁਤ ਪੁਰਾਣੇ ਮੰਦਰਾਂ ਵਿੱਚ ਲਿਖੀ ਹੋਈ ਹੈ। ਉਸ ਬ੍ਰਾਹਮੀ ਲਿਪੀ ਤੋਂ ਇੱਕ ਸੀ ਦੱਖਣੀ ਸ਼ੈਲੀ ਜੋ ਸਾਊਥ ਵੱਲ ਨਿਕਲ ਗਈ, ਇੱਕ ਹੈ ਉੱਤਰੀ ਸ਼ੈਲੀ। ਜੋ ਬ੍ਰਾਹਮੀ ਲਿਪੀ ਤੋਂ ਜਿਹੜੀ ਉੱਤਰੀ ਸ਼ੈਲੀ ਸੀ, ਉਸੇ ਧਾਰਾ ਵਿੱਚ ਜੋ ਗੁਰਮੁਖੀ ਲਿਪੀ ਦਾ ਜਨਮ ਹੋਇਆ। ਕਿਸ ਤਰ੍ਹਾਂ ਵੀ ਬ੍ਰਾਹਮੀ ਲਿਪੀ ਤੋਂ ਉੱਤਰੀ ਸ਼ੈਲੀ ਬਣੀ, ਉੱਤਰੀ ਸ਼ੈਲੀ ਫਿਰ ਗੁਪਤ ਸ਼ੈਲੀ ਵਿੱਚ ਬਦਲ ਗਈ, ਲਿਖਣ ਦੇ ਤਰੀਕੇ ਨਾਲ, ਲਿਪੀ ਦੇ ਤਰੀਕੇ ਵਿੱਚ ਬਦਲ ਗਈ। ਫਿਰ ਗੁਪਤ ਸ਼ੈਲੀ ਤੋਂ ਕੁਟਿਲ ਸ਼ੈਲੀ ਬਣ ਗਈ। ਫਿਰ ਕੁਟਿਲ ਸ਼ੈਲੀ ਤੋਂ ਅੱਗੇ ਦੋ ਹਿੱਸੇ ਹੋ ਗਏ, ਇੱਕ ਪਾਸੇ ਸ਼ਾਰਦਾ ਲਿਪੀ ਬਣੀ, ਇੱਕ ਪਾਸੇ ਲੰਡੇ ਲਿਪੀ ਬਣੀ।
शारदा लिपि ਵਿੱਚ ਫਿਰ ਅੱਗੇ 3 ਹਿੱਸੇ ਹੋ ਗਏ, ਇੱਕ ਟਾਕਰੀ ਬਣੀ, ਇੱਕ ਅਰਧਨਾਗਰੀ ਬਣੀ, ਇੱਕ ਗੁਰਮੁਖੀ ਬਣ ਗਈ ਜੋ ਅੱਜ ਦੀ ਸਾਡੀ ਭਾਸ਼ਾ ਹੈ। ਉਸ ਤੋਂ ਬਾਅਦ ਜੋ ਦੂਜੀ ਭਾਸ਼ਾ ਸੀ ਉਸ ਵਿੱਚੋਂ ਦੇਵਨਾਗਰੀ ਯਾਨੀ ਹਿੰਦੀ ਦੀ ਭਾਸ਼ਾ ਬਣ ਗਈ। ਇਹ ਜੋ ਸਾਰਾ ਫਲੋ ਹੈ ਇਹ ਪੰਜਾਬੀ ਭਾਸ਼ਾ ਦਾ ਫਲੋ ਹੈ। ਇੱਧਰ ਪੰਜਾਬੀ ਜੋ ਲਿਪੀ ਹੈ, ਜੋ ਸਕ੍ਰਿਪਟ ਹੈ, ਉਸ ਨੂੰ ਅਸੀਂ ਇਸ ਦਾ ਫਲੋ ਚਾਰਟ ਦੇਖਦੇ ਹਾਂ। ਲਿਪੀ ਕੀ ਹੈ? ਲਿਪੀ ਅਸੀਂ ਕਹਿੰਦੇ ਹਾਂ ਕਿਸੇ ਭਾਸ਼ਾ ਨੂੰ ਜਦੋਂ ਚਿੰਨ੍ਹਾਂ ਜਾਂ ਚਿੱਤਰਾਂ ਦੇ ਵਿੱਚ ਪਿਰੋ ਕੇ ਉਸ ਨੂੰ ਸਾਂਭਿਆ ਜਾਂਦਾ, ਉਸ ਨੂੰ ਲਿਖਿਤ ਰੂਪ ਦੇ ਦਿੱਤਾ ਜਾਂਦਾ, ਫਿਰ ਉਸ ਨੂੰ ਲਿਪੀ ਆਖਦੇ ਹਾਂ। ਜਿੱਦਾਂ ਜੋ ਸਾਡੀ ਪੰਜਾਬੀ ਬੋਲੀ ਹੈ ਉਸ ਦੀ ਲਿਪੀ ਗੁਰਮੁਖੀ ਹੈ, ਹਿੰਦੀ ਦੀ ਦੇਵਨਾਗਰੀ ਹੈ, ਇਸ ਤਰ੍ਹਾਂ ਜੋ ਅੰਗਰੇਜ਼ੀ ਦੀ ਹੈ ਉਹ ਰੋਮਨ ਲਿਪੀ ਹੈ। ਇਹ ਜਿਹੜੀਆਂ ਲਿਪੀਆਂ ਨੇ ਇਹ ਲਿਖਣ ਦੇ ਇਹ ਭਾਸ਼ਾਵਾਂ ਵਿੱਚ ਆਉਂਦੀਆਂ। ਅਸੀਂ ਹੁਣੀ ਬੋਲੀ ਦੀ ਗੱਲ ਕੀਤੀ ਔਰ ਭਾਸ਼ਾ ਦੀ ਗੱਲ ਕੀਤੀ ਸੀ। ਬੋਲੀ ਦੀ ਆਪਣੀ ਕੋਈ ਲਿਪੀ ਨਹੀਂ ਹੁੰਦੀ, ਹਾਂ ਭਾਸ਼ਾ ਦੀਆਂ ਲਿਪੀਆਂ ਅੱਗੇ ਜਿਹੜੀਆਂ ਵਿਕਸਿਤ ਹੋ ਜਾਂਦੀਆਂ ਨੇ। ਪੰਜਾਬੀ ਭਾਸ਼ਾ ਦੇ ਨਿਕਾਸ ਔਰ ਉਸ ਦੇ ਵਿਕਾਸ ਦੀ ਗੱਲ ਕਰਦੇ ਹਾਂ ਔਰ ਇਸ ਤੋਂ ਬਾਅਦ ਅੱਗੇ ਅਸੀਂ ਗੱਲ ਕਰਾਂਗੇ ਉਪਭਾਸ਼ਾਵਾਂ ਦੀ। ਉਸ ਦੇ ਵਿਚਕਾਰ ਇੱਕ ਜ਼ਰੂਰੀ ਗੱਲ ਅਸੀਂ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ ਵੀ ਭਾਸ਼ਾ ਦੇ ਪ੍ਰਕਾਰ ਕਿੰਨੇ ਹੁੰਦੇ ਆ। ਭਾਸ਼ਾ ਦਾ ਜੋ ਪਹਿਲਾ ਪ੍ਰਕਾਰ ਹੈ ਉਹ ਮੌਖਿਕ ਹੈ ਜਾਂ ਆਮ ਬੋਲਚਾਲ ਦੀ ਭਾਸ਼ਾ ਹੈ। ਆਮ ਬੋਲਚਾਲ ਦਾ ਮਤਲਬ ਜੋ ਕਿਸੇ ਇਲਾਕੇ ਦੇ, ਕਿਸੇ ਖਿੱਤੇ, ਕਿਸੇ ਏਰੀਏ ਦੇ ਲੋਕ ਆਪਸੀ ਬੋਲਚਾਲ ਲਈ ਵਰਤਦੇ ਨੇ। ਹੁਣ ਇਹ ਜੋ ਇਸ ਦਾ ਕੋਈ ਰੂਪ ਸਥਿਰ ਨਹੀਂ ਹੈ, ਕੋਈ ਪੱਕਾ ਨਹੀਂ ਹੈ, ਕੋਈ ਮਿਆਰੀ, ਕੋਈ ਸਟੈਂਡਰਡ ਵਾਲਾ ਜਾਂ ਵਿਆਕਰਣ ਦੇ ਨਿਯਮਾਂ ਦੇ ਅਨੁਸਾਰ ਘੜਿਆ ਹੋਇਆ ਪ੍ਰਵਾਨਿਤ ਕੀਤਾ ਨਹੀਂ ਹੁੰਦਾ। ਇਸ ਕਰਕੇ ਥੋੜ੍ਹੇ ਫਾਸਲੇ ਤੇ ਇਹ ਜੋ ਭਾਸ਼ਾ ਬਦਲ ਜਾਂਦੀ ਹੈ। ਇੱਕ ਮੁਹਾਵਰਾ ਵੀ, ਇੱਕ ਅਖੌਤ ਵੀ ਹੈ ਪੰਜਾਬੀ ਵਿੱਚ ਵੀ ਹਰ 9 ਕੋਹ ਤੇ ਜਿਹੜੀ ਭਾਸ਼ਾ ਹੈ, ਕੋਈ ਕਹਿੰਦਾ 5 ਕੋਹ ਤੇ ਭਾਸ਼ਾ ਬਦਲ ਜਾਂਦੀ ਹੈ। ਇਸ ਕਰਕੇ ਬਦਲ ਜਾਂਦੀ ਹੈ ਕਿਉਂਕਿ ਭਾਸ਼ਾ ਦੇ ਨਿਯਮ ਫਾਸਲਾ ਤੈਅ ਕਰਨ ਦੇ ਨਾਲ ਬਦਲ ਜਾਂਦੇ ਨੇ। ਇਹ ਅੱਜ ਦੇ ਸਮੇਂ ਦੀ ਗੱਲ ਨਹੀਂ ਕਰ ਰਹੇ ਕਿਉਂਕਿ ਅੱਜ ਦਾ ਸਮਾਂ ਤਾਂ ਇੰਨਾ ਜ਼ਿਆਦਾ ਵਿਸ਼ਾਲ, ਇੱਕ ਬਹੁਤ ਛੋਟਾ ਰੂਪ ਲੈਂਦਾ ਜਾ ਰਿਹਾ ਹੈ ਵੀ ਭਾਸ਼ਾਵਾਂ ਦਾ ਹਰੇਕ ਤੇ ਪ੍ਰਭਾਵ ਪੈਂਦਾ ਜਾ ਰਿਹਾ ਹੈ। ਪਰੰਤੂ ਪੁਰਾਣੇ ਸਮੇਂ ਜਦੋਂ ਕਿ ਯਾਤਾਯਾਤ ਦੇ, ਆਵਾਜਾਈ ਦੇ ਸਾਧਨ ਬਹੁਤ ਘੱਟ ਸਨ, ਲੋਕੀ ਇੱਕ ਇਲਾਕੇ ਵਿੱਚ ਸੀਮਿਤ ਹੋ ਜਾਂਦੇ ਸਨ, ਆਪਣੇ ਵਿਚਾਰਾਂ ਨੂੰ ਦੂਜੇ ਨਾਲ ਸਾਂਝੇ ਨਹੀਂ ਕਰਦੇ, ਦੂਜੀਆਂ ਜਾਤਾਂ, ਦੂਜੀਆਂ ਕੌਮਾਂ ਨਾਲ ਸਾਂਝਾ ਨਹੀਂ ਕਰਦੇ ਸੀ। ਇਸ ਕਰਕੇ ਇਸ ਇੱਕ ਇਲਾਕੇ ਦੀ ਇੱਕ ਭਾਸ਼ਾ ਵਿਸ਼ੇਸ਼ ਤੌਰ ਤੇ ਆਪਣਾ ਮੁਹਾਂਦਰਾ ਲੈ ਜਾਂਦੇ ਸੀ, ਜਿਸ ਦੇ ਅਖਾਵਤਾਂ, ਜਿਸ ਦੇ ਮੁਹਾਵਰੇ ਉਹਨੂੰ ਵਿਸ਼ੇਸ਼ ਰੂਪ ਪ੍ਰਦਾਨ ਕਰਦੇ ਸਨ, ਉਸ ਨੂੰ ਇੱਕ ਵਿਸ਼ੇਸ਼ ਪਛਾਣ ਦਿੰਦੇ ਸਨ। ਉਸ ਤੋਂ ਬਾਅਦ ਜਿਹੜੀ ਆਮ ਬੋਲਚਾਲ ਦੀ ਭਾਸ਼ਾ ਹੈ, ਮੌਖਿਕ ਭਾਸ਼ਾ ਹੈ ਨਾ, ਉਹ ਆਪਣੇ ਆਪ 'ਚ ਸੰਪੂਰਨ ਨਹੀਂ ਹੁੰਦੀ ਕਿਉਂਕਿ ਉਸਦੀ ਜੋ ਵਾਕ ਰਚਨਾ ਹੈ ਇਹ ਅਧੂਰੀ ਹੁੰਦੀ ਹੈ। ਕਈ ਜਗ੍ਹਾ ਆਪਣੀ ਮਨਪਸੰਦ ਕਰਕੇ, ਆਪਣੀ ਮਰਜ਼ੀ ਕਰਕੇ ਉਹਨਾਂ ਵਿੱਚ ਵਾਕ ਰਚਨਾ ਬਹੁਤ ਜ਼ਿਆਦਾ ਫੇਰ ਬਦਲ ਲੋਕ ਆਪਣੇ ਹਿਸਾਬ ਨਾਲ ਹੀ ਕਰ ਲੈਂਦੇ ਨੇ ਔਰ ਇਸ ਵਿੱਚ ਸਾਰਥਕ ਤੇ ਨਿਰਾਰਥਕ ਦੋਵੇਂ ਸ਼ਬਦਾਂ ਨੂੰ ਇਸਤੇਮਾਲ, ਜਿੱਦਾਂ ਪਾਣੀ, ਧਾਣੀ, ਰੋਟੀ, ਸੋਟੀ, ਇਸ ਤਰ੍ਹਾਂ ਦੀਆਂ ਜਿਹੜੀਆਂ ਸ਼ਬਦਾਂ ਨੇ ਉਹਨਾਂ ਨੂੰ ਵਰਤ ਲਿਆ ਜਾਂਦਾ ਹੈ ਤੇ ਇਸ ਨੂੰ ਬੁਰਾ ਨਹੀਂ ਮੰਨਿਆ ਜਾਂਦਾ, ਇਸ ਨੂੰ ਸਟੈਂਡਰਡ ਤੋਂ ਉਲਟ ਨਹੀਂ ਮੰਨਿਆ ਜਾਂਦਾ ਤੇ ਇਸ ਨੂੰ ਅਸੀਂ ਮੌਖਿਕ ਭਾਸ਼ਾ ਵੀ ਕਹਿ ਸਕਦੇ ਹਾਂ ਜਾਂ ਇਸ ਨੂੰ ਉਪਭਾਸ਼ਾ ਵੀ ਕਹਿ ਸਕਦੇ ਹਾਂ। ਦੂਜੀ ਜਿਹੜੀ ਗੱਲ ਆਉਂਦੀ ਹੈ ਉਹ ਲਿਖਤੀ ਜਾਂ ਟਕਸਾਲੀ ਭਾਸ਼ਾ। ਇਹ ਜੋ ਟਕਸਾਲੀ ਭਾਸ਼ਾ ਵਾਲਾ ਸ਼ਬਦ ਹੈ ਇਹ ਵਿਆਕਰਣ ਦੇ ਕਾਫੀ ਸਾਰੇ ਪ੍ਰਸ਼ਨਾਂ ਵਿੱਚ ਆਮ ਵਿਦਿਆਰਥੀ ਨੂੰ ਵੀ ਆ ਸਕਦਾ ਹੈ ਔਰ ਇਸ ਤੋਂ ਇਲਾਵਾ ਜੋ ਵਿਦਿਆਰਥੀ ਆਪਣੀਆਂ ਵਿਸ਼ੇਸ਼ ਪ੍ਰੀਖਿਆਵਾਂ ਦੀ ਤਿਆਰੀ, ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰਦੇ ਨੇ, ਉਹਨਾਂ ਨੂੰ ਵੀ ਟਕਸਾਲੀ ਭਾਸ਼ਾ ਬਾਰੇ ਆ ਸਕਦਾ ਹੈ। ਟਕਸਾਲੀ ਭਾਸ਼ਾ ਦੀ ਪਰਿਭਾਸ਼ਾ ਆਪ ਜ਼ਰੂਰ ਆਪਣੇ ਮਨ 'ਚ ਵਸਾ ਲੈਣਾ। ਟਕਸਾਲੀ ਭਾਸ਼ਾ ਜਦੋਂ ਕਿਸੇ ਵਿਸ਼ੇਸ਼ ਬੋਲੀ ਨੂੰ, ਸਾਰੀਆਂ ਬੋਲੀਆਂ ਵਿੱਚੋਂ ਕਿਸੇ ਵਿਸ਼ੇਸ਼ ਬੋਲੀ ਨੂੰ ਵਿਸ਼ੇਸ਼ ਸਨਮਾਨ ਦੇ ਕੇ ਉਸ ਨੂੰ ਮਾਨਤਾ ਦਿੱਤੀ ਜਾਂਦੀ ਹੈ ਟਕਸਾਲੀ ਬੋਲੀ ਕਰਕੇ। ਤੇ ਇਹ ਜੋ ਟਕਸਾਲੀ ਬੋਲੀ ਹੈ, ਇਹ ਜੋ ਬੋਲੀ ਹੈ, ਇਹ ਉਸ ਇਲਾਕੇ ਦੇ, ਉਹਨਾਂ ਲੋਕਾਂ ਦੇ ਸੰਚਾਰ ਦਾ ਮਾਧਿਅਮ ਬਣ ਜਾਂਦੀ ਹੈ ਔਰ ਸਾਹਿਤਕ ਪ੍ਰਗਟਾਵੇ ਦਾ, ਸਾਹਿਤ ਰੂਪ ਵਿੱਚ ਅਪਣਾਈ ਜਾ ਕੇ ਸਾਹਿਤਕ ਪ੍ਰਗਟਾਵੇ ਦਾ ਸਾਧਨ ਬਣ ਜਾਂਦੀ। ਉਸ ਨੂੰ ਅਸੀਂ ਟਕਸਾਲੀ ਭਾਸ਼ਾ ਕਹਿੰਦੇ ਹਾਂ, ਟਕਸਾਲੀ ਬੋਲੀ ਕਹਿੰਦੇ ਹਾਂ। ਉਸ ਤੋਂ ਇਲਾਵਾ ਇਸ ਵਿੱਚ ਸਾਹਿਤ ਰਚਨਾ ਆਮ ਤੌਰ ਤੇ ਹੁੰਦੀ ਹੈ, ਵਿਸ਼ੇਸ਼ ਤੌਰ ਤੇ ਹੁੰਦੀ ਹੈ ਕਿਉਂਕਿ ਇਸ ਵਿੱਚ ਜੋ ਸ਼ਬਦ ਵਿਨਿਆਸ ਹੈ, ਵਾਕ ਬਣਤਰ ਹੈ, ਅੱਖਰਾਂ ਦੇ ਬਾਰੇ ਜਾਣਕਾਰੀ ਹੈ, ਯਾਨੀ ਧੁਨੀ ਵਿਗਿਆਨ, ਇਸ ਤੋਂ ਇਲਾਵਾ ਵਿਆਕਰਣ, ਇਸ ਤੋਂ ਇਲਾਵਾ ਜੋ ਵੀ ਉਸ ਦਾ ਵਿਗਿਆਨਿਕ ਆਧਾਰ ਹੈ ਭਾਸ਼ਾ ਦਾ, ਉਹ ਨਿਖਰ ਕੇ ਭਾਸ਼ਾ ਵਿਗਿਆਨ ਬਣ ਜਾਂਦਾ, ਉਸ ਦਾ ਵਿਆਕਰਣ ਬਣ ਜਾਂਦਾ ਹੈ। ਇਸ ਕਰਕੇ ਉਹ ਇੱਕ ਸ਼ੁੱਧ ਭਾਸ਼ਾ ਦਾ ਰੂਪ ਲੈ ਲੈਂਦੀ ਹੈ। ਫਿਰ ਉਸ ਨੂੰ ਸਾਹਿਤ ਰਚਨ, ਜਿਵੇਂ ਰਸਾਲੇ ਨੇ, ਮੈਗਜ਼ੀਨ ਲਿਖਣ ਲਈ, ਅਖਬਾਰਾਂ ਵਿੱਚ ਲਿਖਤ ਕਰਨ ਲਈ, ਵਿਦਿਅਕ ਅਦਾਰਿਆਂ ਵਿੱਚ ਆਪਣੀਆਂ ਟੈਕਸਟ ਬੁੱਕ ਯਾਨੀ ਜੋ ਸਾਡੀਆਂ ਪਾਠ ਪੁਸਤਕਾਂ ਨੇ ਉਹਨਾਂ ਵਿੱਚ ਵਿਦਿਆ ਦਾ ਜਾਂ ਭਾਸ਼ਾ ਦਾ ਆਧਾਰ ਬਣਾ ਲਿਆ ਜਾਂਦਾ ਹੈ। ਇਸ ਵਿੱਚ ਸਿਰਫ ਸਾਰਥਕ ਸ਼ਬਦਾਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ। ਪੰਜਾਬੀ ਦੀ ਜੋ ਮਿਆਰੀ ਕਹਿ ਲਓ ਜਾਂ ਟਕਸਾਲੀ ਕਹਿ ਲਓ ਜਾਂ ਕੇਂਦਰੀ ਜਿਹੜੀ ਭਾਸ਼ਾ ਉਸ ਨੂੰ ਅਸੀਂ ਮਾਝੀ ਨੂੰ ਕਹਿੰਦੇ ਹਾਂ, ਜਿਹੜੀ ਗੁਰਦਾਸਪੁਰ, ਅੰਮ੍ਰਿਤਸਰ, ਲਾਹੌਰ ਐਸੇ ਇਹਨਾਂ ਇਲਾਕਿਆਂ ਵਿੱਚ, ਕੇਂਦਰੀ ਇਲਾਕੇ ਵਿੱਚ ਬੋਲੀ ਜਾਂਦੀ ਹੈ। ਔਰ ਇਸ ਉੱਤੇ ਖਾਸ ਗੱਲ ਹੈ ਵੀ ਕਿਸੇ ਖਾਸ ਇਲਾਕੇ ਦੀ ਬੋਲੀ ਦਾ ਜਾਂ ਕਿਸੇ ਖਾਸ ਇਲਾਕੇ ਦੇ ਸ਼ਬਦਾਂ ਦਾ ਦੂਜੀ ਬੋਲੀ ਦੇ ਸ਼ਬਦਾਂ ਦਾ ਪ੍ਰਭਾਵ ਨਹੀਂ ਪੈਂਦਾ। ਇਹ ਆਪਣੇ ਸ਼ੁੱਧ ਸਰੂਪ ਵਿੱਚ ਪ੍ਰਵਾਨਿਤ ਹੋਈ
ਘੜੀ ਹੋਈ ਜਾਂ ਭਾਸ਼ਾ ਵਿਗਿਆਨ ਦੇ ਤੌਰ ਤੇ ਵਿਆਕਰਣ ਦੇ ਨਿਯਮਾਂ ਤੇ ਪੱਕੀ ਹੋ ਕੇ ਫਿਰ ਟਕਸਾਲੀ ਭਾਸ਼ਾ ਦਾ ਰੂਪ ਧਾਰਨ ਕਰ ਲੈਂਦੀ ਹੈ। ਇਹ ਧਿਆਨ ਰੱਖਣ ਯੋਗ ਗੱਲ ਹੈ ਕਿ ਸਾਰੀਆਂ ਉਪਭਾਸ਼ਾਵਾਂ ਵਿੱਚੋਂ ਜੋ ਮਾਝੀ ਭਾਸ਼ਾ ਹੈ, ਜੋ ਗੁਰਦਾਸਪੁਰ, ਅੰਮ੍ਰਿਤਸਰ, ਲਾਹੌਰ ਦੇ ਇਲਾਕੇ 'ਚ ਬੋਲੀ ਜਾਂਦੀ ਹੈ, ਇਸ ਨੂੰ ਅਸੀਂ ਪੰਜਾਬੀ ਦੀ ਟਕਸਾਲੀ ਭਾਸ਼ਾ ਜਾਂ ਟਕਸਾਲੀ ਬੋਲੀ ਕਹਿ ਸਕਦੇ ਹਾਂ ਜਾਂ ਲਿਖਤੀ ਭਾਸ਼ਾ ਕਹਿ ਸਕਦੇ ਹਾਂ। ਫਿਰ ਅਸੀਂ ਜਿੱਦਾਂ ਪਹਿਲੇ ਵੀ ਗੱਲ ਕੀਤੀ, ਉਪਭਾਸ਼ਾ ਕੀ ਹੁੰਦੀ ਹੈ ਵੀ ਕਿਸੇ ਖਾਸ ਇਲਾਕੇ, ਦੇਸ਼ ਦੇ ਕਿਸੇ ਖਾਸ ਖਿੱਤੇ ਵਿੱਚ ਇੱਕ ਅਲੱਗ ਤਰ੍ਹਾਂ ਦਾ ਡਾਇਲੈਕਟਸ ਵਿਕਸਿਤ ਹੋ ਜਾਂਦਾ ਹੈ, ਇੱਕ ਉਪਸ਼ਬਦਾਂ ਦਾ ਪ੍ਰਯੋਗ ਵਿਕਸਿਤ ਹੋ ਜਾਂਦਾ ਹੈ ਜੋ ਉਸਦੀ ਆਪਣੀ ਪਛਾਣ ਬਣ ਜਾਂਦਾ ਹੈ। ਸ਼ਬਦ ਭੰਡਾਰ ਕਰਕੇ, ਆਪਣੇ ਲਹਿਜੇ ਕਰਕੇ ਉਸ ਨੂੰ ਲੋਕੀ ਦੂਰੋਂ ਪਛਾਣ ਜਾਂਦੇ। ਜਿੱਦਾਂ ਕਈ ਵਾਰ ਕਈ ਲੋਕ ਕਹਿੰਦੇ ਉਹ ਤੁਸੀਂ ਲੱਗਦਾ ਗੁਰਦਾਸਪੁਰ ਦੇ ਹੋ, ਜਾਂ ਕਈ ਵਾਰ ਲੋਕ ਇਹ ਵੀ ਕਹਿੰਦੇ ਲੱਗਦਾ ਤੁਸੀਂ ਉਧਰ ਪੋਠੋਹਾਰ ਦੇ ਇਲਾਕੇ ਦੇ ਹੋ, ਜਾਂ ਫਿਰ ਕੋਈ ਇਹ ਵੀ ਕਹਿੰਦਾ ਤੁਸੀਂ ਰੋਪੜ ਦੇ ਲੱਗਦੇ ਹੋ। ਇਹਦਾ ਮਤਲਬ ਉਸਦੇ ਕੰਨਾਂ ਨੂੰ ਉਹ ਜਿਹੜੀ ਕੁਝ ਸ਼ਬਦਾਂ ਦੀ ਚੋਣ ਹੈ ਜੋ ਸਾਡੇ ਦੁਆਰਾ ਬੋਲੀ ਗਈ ਹੈ ਉਹ ਸਾਨੂੰ ਉਸ, ਕਿਉਂਕਿ ਉਹ ਸੂਝਵਾਨ ਹੈ, ਉਸ ਨੂੰ ਪਤਾ ਹੈ ਵੀ ਇਹ ਜੋ ਸ਼ਬਦ ਨੇ, ਇਹ ਜੋ ਲਹਿਜਾ ਇਸ ਇਲਾਕੇ ਦਾ ਬੋਲਿਆ ਜਾਂਦਾ, ਇਸ ਇਲਾਕੇ 'ਚ ਪ੍ਰਵਾਨਿਤ ਹੈ, ਇਸ ਕਰਕੇ ਆਪਣੇ ਸ਼ਬਦਾਂ ਦੇ, ਆਪਣੇ ਲਹਿਜੇ ਕਰਕੇ ਇਹ ਜੋ ਇਸ ਦੀ ਪਛਾਣ ਬਣ ਜਾਂਦੀ ਹੈ, ਇਸ ਨੂੰ ਉਪ ਬੋਲੀ ਕਿਹਾ ਜਾਂਦਾ ਹੈ। ਇਸ ਦਾ ਕਾਰਨ ਅਸੀਂ ਪਹਿਲੇ ਦੱਸ ਚੁੱਕੇ ਹਾਂ ਬਈ ਇਲਾਕੇ ਦੇ ਪੌਣ ਪਾਣੀ ਤੇ ਨਿਰਭਰ ਹੁੰਦੀ ਹੈ, ਵਾਤਾਵਰਣ ਤੇ ਨਿਰਭਰ ਹੁੰਦੀ ਹੈ। ਸਭ ਤੋਂ ਵੱਡੀ ਗੱਲ ਭੂਗੋਲਿਕ ਸਥਿਤੀਆਂ ਕਰਕੇ, ਕਿਉਂਕਿ ਦਰਿਆਵਾਂ ਦੇ ਵਿਚਕਾਰ ਆ ਜਾਣ ਕਰਕੇ, ਰੇਗਿਸਤਾਨ ਕਰਕੇ ਜਾਂ ਜੰਗਲੀ ਇਲਾਕੇ ਹੋਣ ਕਰਕੇ ਲੋਕਾਂ ਦਾ ਜੋ ਆਵਾਜਾਈ ਦੇ ਸਾਧਨ ਹੈ ਉਹ ਬਹੁਤ ਸੀਮਿਤ ਹੁੰਦੇ ਹੈ। ਇਸ ਕਰਕੇ ਲੋਕੀ ਇੱਕ ਇਲਾਕੇ ਵਿੱਚ ਕੇਂਦਰਿਤ ਹੋ ਕੇ ਰਹਿ ਜਾਂਦੇ ਨੇ, ਸੀਮਿਤ ਹੋ ਕੇ ਰਹਿ ਜਾਂਦੇ ਨੇ, ਆਪਣੇ ਸੀਮਿਤ ਦਾਇਰੇ ਜੋ ਵਿਕਸਿਤ ਹੁੰਦੇ ਰਹਿੰਦੇ ਨੇ, ਉਹਨਾਂ ਦੀ ਬੋਲੀ ਵਿਕਸਿਤ ਹੁੰਦੀ ਰਹਿੰਦੀ ਹੈ, ਉਹਨਾਂ ਦਾ ਮੁਹਾਵਰਾ, ਉਹਨਾਂ ਦਾ ਜੋ ਵੀ ਆਪਣਾ ਬੋਲੀ ਦਾ ਵਿਨਿਆਸ ਹੈ ਉਹ ਵਿਕਸਿਤ ਹੋ ਜਾਂਦਾ ਹੈ ਔਰ ਦੂਜੇ ਲੋਕਾਂ ਤੋਂ ਵੱਖਰਾ ਹੋ ਜਾਂਦਾ ਹੈ ਔਰ ਦੂਜੇ ਲੋਕਾਂ ਦੁਆਰਾ ਵਿਸ਼ੇਸ਼ ਕਰਕੇ ਪਛਾਣਿਆ ਵੀ ਜਾ ਸਕਦਾ ਹੈ। ਇਸ ਨੂੰ ਅਸੀਂ ਉਪ ਬੋਲੀ ਦਾ ਨਾਂ ਦੇ ਸਕਦੇ ਹਾਂ। ਇਸ ਤੋਂ ਬਾਅਦ ਅਸੀਂ ਕਰਾਂਗੇ ਵੀ ਪੰਜਾਬ ਦੀਆਂ, ਪੰਜਾਬੀ ਭਾਸ਼ਾ ਦੀਆਂ ਉਪ ਬੋਲੀਆਂ ਕਿਹੜੀਆਂ-ਕਿਹੜੀਆਂ। ਪਿਆਰੇ ਵਿਦਿਆਰਥੀਓ, ਅੱਜ ਆਪਾਂ ਜੋ ਹੁਣ ਵੀਡੀਓ ਬਣਾਉਣ ਜਾ ਰਹੇ ਹਾਂ ਇਹ ਪੰਜਾਬ ਦੀਆਂ ਉਪ ਬੋਲੀਆਂ ਬਾਰੇ ਹੈ। ਜਿੱਦਾਂ ਅਸੀਂ ਪਹਿਲੇ ਪੰਜਾਬ ਦੀ ਭਾਸ਼ਾ ਦਾ, ਪੰਜਾਬੀ ਭਾਸ਼ਾ ਦਾ ਨਿਕਾਸ ਪੜ੍ਹ ਚੁੱਕੇ ਹਾਂ, ਵਿਕਾਸ ਪੜ੍ਹ ਚੁੱਕੇ ਹਾਂ। ਹੁਣ ਉਸਦੇ ਕਿਹੜੇ-ਕਿਹੜੇ ਖੇਤਰਾਂ ਵਿੱਚ ਕਿਹੜੀਆਂ-ਕਿਹੜੀਆਂ ਬੋਲੀਆਂ ਬੋਲੀਆਂ ਜਾਂਦੀਆਂ ਨੇ। ਅਸੀਂ ਪਹਿਲੇ ਗੱਲ ਕੀਤੀ ਹੈ ਕਿ ਬਹੁਤ ਸਾਰੀਆਂ ਬੋਲੀਆਂ ਮਿਲਾ ਕੇ ਇੱਕ ਭਾਸ਼ਾ ਬਣਦੀ ਹੈ, ਬਹੁਤ ਸਾਰੀਆਂ ਬੋਲੀਆਂ 'ਚੋਂ ਨਿਕਲੇ ਨਿਯਮ ਫਿਰ ਇੱਕ ਕੇਂਦਰੀ ਭਾਸ਼ਾ ਦੇ, ਟਕਸਾਲੀ ਭਾਸ਼ਾ ਦੇ ਜਾਂ ਮਿਆਰੀ ਭਾਸ਼ਾ ਦੇ ਨਿਯਮ ਬਣ ਜਾਂਦੇ ਨੇ। ਅਸੀਂ ਹੁਣ ਪੰਜਾਬ ਨੂੰ, ਪੰਜਾਬੀ ਭਾਸ਼ਾ ਨੂੰ ਵਿਕਸਿਤ ਜਾਂ ਅਮੀਰ ਕਰਨ ਵਾਲੀਆਂ ਜਿਹੜੀਆਂ ਬੋਲੀਆਂ ਨੇ ਉਹਨਾਂ ਦੀ ਗੱਲ ਕਰਦੇ ਹਾਂ। ਪੰਜਾਬ ਦਾ ਖਿੱਤਾ, ਪੰਜਾਬ ਦਾ ਏਰੀਆ ਬਹੁਤ ਵੱਡਾ, ਬਹੁਤ ਵੱਡੇ ਤੋਂ ਭਾਵ ਮੇਰਾ ਇਹ ਹੈ ਕਿ ਪਾਕਿਸਤਾਨ ਦਾ ਪੰਜਾਬ ਪੂਰਾ ਮਿਲਾ ਕੇ, ਇਸ ਤੋਂ ਇਲਾਵਾ ਗੁਜਰਾਤ ਦਾ ਹਿੱਸਾ ਜੋ ਹੁਣ ਪਾਕਿਸਤਾਨ ਵਿੱਚ ਹੈ, ਹਿੰਦੁਸਤਾਨ ਵਿੱਚ ਹੈ, ਦਿੱਲੀ ਤੱਕ ਦੇ ਬਾਰਡਰ ਤੱਕ, ਦਿੱਲੀ ਤੱਕ ਦੀ ਸੀਮਾ ਤੱਕ ਜੋ ਇਲਾਕਾ ਲੱਗਦਾ ਸੀ ਉਹ ਸਾਰਾ ਪੰਜਾਬ ਦਾ ਸੀ। ਜਦੋਂ 1947 ਦੀ ਵੰਡ ਹੋਈ ਉਸ ਤੋਂ ਬਾਅਦ ਪੰਜਾਬ ਅੱਧਾ ਜੋ ਜ਼ਿਆਦਾ ਜ਼ਰਖੇਜ਼ ਜ਼ਮੀਨ ਸੀ, ਜ਼ਿਆਦਾ ਉਪਜਾਊ ਜ਼ਮੀਨ ਸੀ, ਉਹ ਸਾਰੀ ਪਾਕਿਸਤਾਨ ਵੱਲ ਨਿਕਲ ਗਈ, ਥੋੜ੍ਹੀ ਬਹੁਤ ਇੱਧਰ ਰਹਿ ਗਈ। ਇਸ ਪੰਜਾਬ ਦੇ ਵੀ 1966 ਵਿੱਚ 3 ਟੁਕੜੇ ਹੋਰ ਹੋ ਗਏ। ਇੱਕ ਰੂਪ ਹਿਮਾਚਲ ਹੋ ਗਿਆ, ਇੱਕ ਹਰਿਆਣਾ ਹੋ ਗਿਆ ਤੇ ਇੱਕ ਪੰਜਾਬ ਛੋਟਾ ਜਿਹਾ ਰਹਿ ਗਿਆ। ਹੁਣ ਉਸ ਵਿੱਚ ਵੀ ਜਿਹੜੀਆਂ ਬੋਲੀਆਂ ਨੇ ਬਹੁਤ ਥੋੜ੍ਹੀਆਂ ਰਹਿ ਗਈਆਂ ਨੇ। ਉਹਨਾਂ ਬੋਲੀਆਂ ਸਾਰੀਆਂ ਜੋ ਪੰਜਾਬੀ ਦੀਆਂ ਉਪਭਾਸ਼ਾ ਨੇ, ਅਸੀਂ ਉਹਨਾਂ ਦਾ ਜ਼ਿਕਰ ਇੱਥੇ ਕਰਦੇ ਹਾਂ। ਇਸ ਨੂੰ ਕੁਝ ਨੁਕਤਿਆਂ, ਕੁਝ ਹੈਡਿੰਗਸ ਵਿੱਚ ਵੰਡਿਆ। ਪਹਿਲੀ ਗੱਲ ਹੈ ਕੇਂਦਰੀ ਪੰਜਾਬ ਦੀਆਂ ਉਪਭਾਸ਼ਾਵਾਂ। ਜਿਹੜਾ ਇਸ ਸਮੇਂ ਪੰਜਾਬ ਹੈ, ਕੇਂਦਰੀ ਪੰਜਾਬ ਮੰਨ ਲਿਆ ਜਾਂਦਾ ਹੈ। ਉਸ ਦੀਆਂ ਜੋ ਉਪਭਾਸ਼ਾਵਾਂ ਨੇ ਉਹਨਾਂ ਵਿੱਚ ਜੋ ਪਹਿਲੀ ਹੈ ਉਹ ਹੈ ਮਾਝੀ। ਜੋ ਮਾਝੀ ਪੰਜਾਬੀ ਹੈ ਜਾਂ ਮਾਝੀ ਉਪ ਬੋਲੀ ਹੈ, ਉਹ ਪੰਜਾਬੀ ਦੀ ਜੋ ਅੜਾੜੇ ਦੀ ਧੁਨੀ ਹੈ ਬਹੁਤ ਵਰਤੀ ਜਾਂਦੀ ਹੈ। ਜਿੱਦਾਂ ਅਗਾੜੀ, ਪਿਛਾੜੀ, ਇਹ ਵਾਲੇ ਸ਼ਬਦ ਬਹੁਤ ਵਰਤੇ ਜਾਂਦੇ ਨੇ ਔਰ ਇਸ ਦੀ ਪੁਰਾਤਨ ਜੋ ਹਿੰਦੁਸਤਾਨ ਦੀ ਸਾਰੀਆਂ ਭਾਸ਼ਾਵਾਂ ਦੀ ਮਾਂ ਬੋਲੀ ਹੈ, ਉਹਨਾਂ ਦੀ ਜਨਨੀ ਹੈ ਸੰਸਕ੍ਰਿਤ, ਇਸ ਨਾਲ ਵਧੇਰੇ ਸਾਂਝ ਹੈ। ਇਸ ਕਰਕੇ ਸੂਤਰ ਤੋਂ ਸੂਤਰ, ਪੁੱਤਰ ਤੋਂ ਪੁੱਤਰ, ਇਹ ਜੋ ਸ਼ਬਦ ਨੇ ਸੰਸਕ੍ਰਿਤ ਤੋਂ ਆਏ ਮੰਨੇ ਜਾਂਦੇ ਨੇ। ਇਸ ਦਾ ਮਤਲਬ ਜੋ ਮਾਝੀ ਬੋਲੀ ਹੈ ਇਹਦਾ ਸੰਸਕ੍ਰਿਤ ਨਾਲ ਬਹੁਤ ਨੇੜਲਾ ਸੰਬੰਧ ਹੈ। ਕਾਫੀ ਸਾਰੇ ਸੰਸਕ੍ਰਿਤ ਦੇ ਸ਼ਬਦ ਤਤਸਮ ਜਾਂ ਤਦਭਵ ਹੋ ਕੇ ਇਸ ਮਾਝੀ ਬੋਲੀ ਵਿੱਚ ਅਪਣਾਏ ਗਏ ਨੇ। ਇਸ ਨੂੰ ਪੰਜਾਬ ਦੀ ਕੇਂਦਰੀ ਜਾਂ ਟਕਸਾਲੀ ਬੋਲੀ ਵੀ ਆਖਿਆ ਜਾਂਦਾ ਕਿਉਂਕਿ ਇਸ ਦਾ ਜੋ ਵਰਤੋਂ ਵਿਹਾਰ ਹੈ ਉਹ ਵਿਆਕਰਣਕ ਹੈ, ਯਾਨੀ ਇਸ ਦੇ ਅਸੀਂ ਵਿਆਕਰਣ ਕੱਢ ਲੈਨੇ, ਵਿਆਕਰਣ ਲੱਭ ਲੈਨੇ। ਇਸ ਕਰਕੇ ਜਿਤਨੀ ਵੀ ਪੰਜਾਬੀ ਦੀ ਵਿਆਕਰਣ ਹੈ ਉਹ ਸਾਰੀ ਮਾਝੀ ਬੋਲੀ ਤੇ, ਮਾਝੇ ਦੇ ਇਲਾਕੇ ਦੀ ਬੋਲੀ ਤੇ ਨਿਰਭਰ ਹੈ ਔਰ ਇਹ ਬੋਲੀ ਜੋ ਜ਼ਿਆਦਾ ਦੂਜੀਆਂ ਉਪ ਬੋਲੀਆਂ ਤੋਂ ਜ਼ਿਆਦਾ ਵਿਗਿਆਨਿਕ ਮੰਨੀ ਜਾਂਦੀ। ਇਸ ਕਰਕੇ ਇਸ ਨੂੰ ਪੰਜਾਬ ਦੇ ਲੋਕਾਂ ਨੇ ਆਪਣੀ ਟਕਸਾਲੀ ਜਾਂ ਕੇਂਦਰੀ ਭਾਸ਼ਾ, ਕੇਂਦਰੀ ਬੋਲੀ ਮੰਨ ਕੇ ਇਸ ਦੇ ਵਿੱਚ ਸਾਹਿਤ ਸਿਰਜਿਆ ਗਿਆ, ਇਸ ਦੇ ਵਿਆਕਰਣ ਦੇ ਨੇਮ ਬਣਾਏ ਗਏ ਨੇ ਔਰ ਇਸ ਨੂੰ ਵਿਗਿਆਨਿਕ ਢੰਗ ਨਾਲ ਜਿਹੜਾ ਉਪਯੋਗੀ ਸਮਝਿਆ ਗਿਆ। ਇਸ ਕਰਕੇ ਇਸ ਨੂੰ ਟਕਸਾਲੀ ਜਾਂ ਕੇਂਦਰੀ ਬੋਲੀ ਮੰਨਿਆ ਜਾਂਦਾ ਹੈ। ਇਹ ਜੋ ਇਲਾਕਾ ਹੈ ਮਾਝੇ ਦਾ, ਇਸ ਵਿੱਚ ਗੁਰਦਾਸਪੁਰ ਦਾ ਇਲਾਕਾ, ਅੰਮ੍ਰਿਤਸਰ ਦਾ ਇਲਾਕਾ, ਤਰਨਤਾਰਨ ਦਾ ਇਲਾਕਾ, ਇਹ ਜੋ ਇਸ ਹਿੰਦੁਸਤਾਨ ਦੇ ਇਲਾਕੇ ਨੇ। ਇਸ ਤੋਂ ਇਲਾਵਾ ਜਿਹੜਾ ਪੰਜਾਬ ਪਾਕਿਸਤਾਨ ਵੱਲ ਚਲਾ ਗਿਆ ਉਸ ਵਿੱਚ ਲਾਹੌਰ, ਗੁਜਰਾਂਵਾਲਾ, ਸਿਆਲਕੋਟ, ਸ਼ੇਖੂਪੁਰਾ, ਲਾਇਲਪੁਰ ਇਹ ਔਰ ਮਿੰਟ ਗੁਮਰੀ,
ਇਹ ਜੋ ਇਲਾਕੇ ਨੇ ਇਹ ਮਾਝੀ ਦੇ ਇਲਾਕੇ, ਮਾਝੀ ਉਪਬੋਲੀ ਪੰਜਾਬੀ ਦੇ ਇਲਾਕੇ ਮੰਨੇ ਜਾਂਦੇ ਨੇ। ਇਹ ਸਭ ਤੋਂ ਵਿਕਸਿਤ ਰੂਪ ਹੈ ਪੰਜਾਬੀ ਉਪਬੋਲੀਆਂ ਵਿੱਚ, ਜਿਸ ਕਰਕੇ ਇਸ ਨੂੰ ਟਕਸਾਲੀ ਬੋਲੀ ਵੀ ਕਿਹਾ ਜਾਂਦਾ ਹੈ। ਹੁਣ ਮੈਂ ਇਸ ਦੇ ਕੁਝ ਸ਼ਬਦਾਂ ਨਾਲ ਆਪਦੇ ਨਾਲ ਸਾਂਝੇ ਕਰਨਾ ਚਾਹੁੰਦਾ। ਮਾਝੀ ਬੋਲੀ ਦੀ ਸ਼ਬਦਾਵਲੀ ਦੇਖੋ, ਜਿੱਦਾਂ ਅਸੀਂ ਕਹਿੰਦੇ ਅੱਗੇ, ਉਹਨੂੰ ਕਹਿੰਦੇ ਗਾੜੀ, ਗੁੰਨਿਆ ਉਹਨੂੰ ਕਹਿੰਦੇ ਗੁੱਦਾ, ਰਿੰਨਿਆ ਰਿੱਧਾ, ਵੇਖਿਆ ਨੂੰ ਕਹਿੰਦੇ ਡਿੱਠਾ, ਆਪੇ ਦਾ ਮਤਲਬ ਆਪੂ, ਆਰਾਮ ਨੂੰ ਕਹਿੰਦੇ ਰੁਮਾਨ ਕਰਨਾ, ਭਾਈ ਨੂੰ ਕਹਿੰਦੇ ਭਾਊ, ਆਖਦਾ ਨੂੰ ਕਹਿੰਦੇ ਆਂਦਾ, ਲੀਰ ਔਰ ਟਾਕੀ ਨੂੰ ਕੱਪੜੇ ਦੇ ਟੁਕੜੇ ਨੂੰ ਕਹਿੰਦੇ ਟੱਲੀ, ਘਰ ਵਾਲੀਆਂ ਵੋਟੀ ਨੂੰ ਬੁੱਢੜੀ ਕਹਿੰਦੇ ਨੇ, ਲੈ ਜਾਣਾ ਦਾ ਮਤਲਬ ਖੜਨਾ। ਇਸ ਤਰ੍ਹਾਂ ਬੜੇ ਸਾਰੇ ਸ਼ਬਦ ਨੇ। ਨੇੜੇ ਨੂੰ ਲਾਗੇ ਕਹਿੰਦੇ ਆ, ਛੇਤੀ ਨੂੰ ਝਪਦੇ ਆਵੀਂ, ਬਹੁਤਾ ਨੂੰ ਬਹੁਤਾ ਬੋਲਦੇ ਆ, ਨਿਉਂਦਰਾ ਨੂੰ ਨੇਂਦਰਾ ਬੋਲਦੇ ਆ, ਤੱਕ ਨੂੰ ਤੋੜੀ, ਸਵੇਰ ਤੋੜੀ, ਠੀਕ ਹੈ। ਪਸ਼ੂ ਨੂੰ ਪਹੂ ਬੋਲਦੇ ਆ, ਪੈਸੇ ਨੂੰ ਪੈਸਾ ਬੋਲਦੇ ਨੇ। ਇਸ ਤਰ੍ਹਾਂ ਬੜੇ ਸਾਰੇ ਸ਼ਬਦ ਨੇ ਜਿਨ੍ਹਾਂ ਦੀ ਲਿਸਟ ਅਸੀਂ ਇਸ ਦੇ ਨਾਲ ਦੇ ਰਹੇ ਹਾਂ। ਮਾਝੀ ਦੇ ਇਹਨਾਂ ਸ਼ਬਦਾਂ ਦੀ ਰੰਗਤ ਦੇਖਣ ਤੋਂ ਬਾਅਦ ਅਸੀਂ ਦੂਸਰੀ ਉਪਬੋਲੀ ਵੱਲ ਧਿਆਨ ਦਿੰਦੇ ਹਾਂ। ਇਹ ਹੈ ਸਾਡੀ ਦੁਆਬੀ। ਜਿਹੜੀ ਦੁਆਬੀ ਪੰਜਾਬੀ ਹੈ, ਦੁਆਬੀ ਉਪਭਾਸ਼ਾ ਹੈ, ਇਹ ਸਤਲੁਜ ਦੇ ਔਰ ਬਿਆਸ ਦੋ ਦਰਿਆਵਾਂ ਦੇ ਵਿੱਚ, ਦੋ ਆਪ ਯਾਨੀ ਦੋ ਪਾਣੀਆਂ, ਦੋ ਨਦੀਆਂ ਦੇ ਵਿਚਕਾਰ, ਯਾਨੀ ਸਤਲੁਜ ਤੇ ਬਿਆਸ ਦੇ ਵਿਚਕਾਰ ਦੇ ਇਲਾਕੇ 'ਚ ਬੋਲੀ ਜਾਂਦੀ ਹੈ। ਜਲੰਧਰ ਦਾ ਇਲਾਕਾ, ਕਪੂਰਥਲੇ ਦਾ ਇਲਾਕਾ, ਨਵਾਂ ਸ਼ਹਿਰ ਦਾ ਇਲਾਕਾ, ਜਿਸ ਨੂੰ ਅੱਜ ਕੱਲ੍ਹ ਸ਼ਹੀਦ ਭਗਤ ਸਿੰਘ ਨਗਰ ਵੀ ਆਖਿਆ ਜਾਂਦਾ ਹੈ, ਔਰ ਹੁਸ਼ਿਆਰਪੁਰ ਦਾ ਇਲਾਕਾ, ਇਹ ਜੋ ਸਾਰੇ ਦੁਆਬੇ ਵਿੱਚ ਆਉਂਦੇ ਨੇ। ਇਹਨਾਂ ਵਿੱਚ ਜਿਹੜੇ ਸ਼ਬਦ ਨੇ ਸੀਗਾ, ਖਾਊਂਗਾ, ਜਾਊਂਗਾ, ਜਿੱਦਣ, ਕਿੱਦਣ, ਇਸ ਤਰ੍ਹਾਂ ਦੇ ਸ਼ਬਦਾਂ ਦੀ ਜ਼ਿਆਦਾ ਵਰਤੋਂ ਕੀਤੀ ਜਾਂਦੀ ਹੈ। ਇਸ ਦੇ ਕੁਝ ਸ਼ਬਦਾਂ ਦੀ ਝਲਕ ਆਪਾਂ ਹੁਣ ਦੇਖਦੇ ਹਾਂ। ਜਿਵੇਂ ਕਿ ਘਿਓ ਨੂੰ ਦੁਆਬੀ ਵਿੱਚ ਕਹਿੰਦੇ ਘੇ, ਪਿਓ ਨੂੰ ਪੇ ਕਹਿੰਦੇ ਆ, ਦਿਓ ਨੂੰ ਦੇ ਕਹਿੰਦੇ ਆ, ਦੋਹਤਰਾ ਨੂੰ ਕਹਿੰਦੇ ਦੋਤਾ, ਨਿਉਂਦਰਾ ਨੂੰ ਕਹਿੰਦੇ ਨੇਂਦਾ, ਵੀਹਾਂ ਨੂੰ ਕਹਿੰਦੇ ਬੀਹੀ, ਜੰਝ ਨੂੰ ਜਨੇਤ ਕਹਿੰਦੇ ਆ, ਪੱਛਮ ਨੂੰ ਪੱਛੋਂ ਕਹਿੰਦੇ ਆ, ਜਾਗ ਨੂੰ ਦਹੀਂ ਜਮਾਨ ਲਈ ਜਾਗ ਲਾਇਆ ਜਾਂਦਾ ਉਸ ਨੂੰ ਜੰਮਣ ਕਹਿੰਦੇ ਆ, ਜਦੋਂ ਨੂੰ ਜਿੱਦਣ ਕਹਿੰਦੇ ਆ, ਕਦੋਂ ਨੂੰ ਕਿੱਦਣ ਕਹਿੰਦੇ ਆ, ਉਸ ਦਿਨ ਕਹਿੰਦੇ ਉਦਣ, ਚੁੱਕ ਨੂੰ ਕਹਿੰਦੇ ਚੱਕ ਦੇਣਾ, ਪੁੱਟ ਨੂੰ ਕਹਿੰਦੇ ਪੱਟ ਦੇਣਾ, ਮਾਂ ਨੂੰ ਭਾਬੀ ਆਖਦੇ ਨੇ। ਇਸ ਤੋਂ ਇਲਾਵਾ ਦਰਮਿਆਨ ਨੂੰ ਕਹਿੰਦੇ ਗੱਬੇ, ਜੋ ਵਿਚਕਾਰਲਾ ਉਸ ਨੂੰ ਕਹਿੰਦੇ ਗਬਲਾ, ਠੀਕ ਹੈ। ਭੋਰਾ ਕੂ ਦਾ ਮਤਲਬ ਗਾਉਣ ਕੂ। ਇਸ ਤਰ੍ਹਾਂ ਹੋਰ ਬਹੁਤ ਸਾਰੇ ਸ਼ਬਦ ਨੇ। ਨੂੰਹ ਨੂੰ ਨੌ ਕਹਿੰਦੇ ਆ, ਹੁਦਾਰ ਕਹਿੰਦੇ ਉਧਾਰ ਨੂੰ। ਇਸ ਤਰ੍ਹਾਂ ਹੋਰ ਬੜੇ ਸਾਰੇ ਸ਼ਬਦ ਨੇ ਜਿਸ ਨਾਲ ਪੰਜਾਬੀ ਮਾਂ ਬੋਲੀ ਜਿਹੜੀ ਹੈ ਉਹ ਬਹੁਤ ਅਮੀਰ ਹੋ ਜਾਂਦੀ ਹੈ। ਦੁਆਬੀ ਉਪਬੋਲੀ ਦੀ ਰੰਗਤ ਤੋਂ ਬਾਅਦ ਅਸੀਂ ਹੁਣ ਦੇਖਦੇ ਹਾਂ ਮਲਵਈ ਜਿਹੜੀ ਉਪਭਾਸ਼ਾ ਪੰਜਾਬੀ ਦੀ ਉਹ ਕਿਸ ਤਰ੍ਹਾਂ ਹੈ। ਜੋ ਮਾਲਵੇ ਦਾ ਖੇਤਰ ਹੈ ਪੰਜਾਬ ਦਾ, ਜਿਸ ਵਿੱਚ ਲੁਧਿਆਣਾ, ਫਰੀਦਕੋਟ, ਮੁਕਤਸਰ, ਬਠਿੰਡਾ, ਫਿਰੋਜ਼ਪੁਰ, ਬਰਨਾਲਾ ਜਾਂ ਫਤਿਹਗੜ੍ਹ ਸਾਹਿਬ ਔਰ ਪਟਿਆਲੇ ਦੇ ਥੋੜ੍ਹੇ ਜਿਹੇ ਇਲਾਕੇ ਆਉਂਦੇ ਆ। ਇਹ ਜੋ ਸਾਰਾ ਇਲਾਕਾ ਹੈ ਇਹ ਮਲਵਈ ਇਲਾਕਾ ਹੈ। ਮਲਵਈ ਭਾਸ਼ਾ ਵਿੱਚ, ਉਪਭਾਸ਼ਾ ਵਿੱਚ ਜੋ ਮੁੱਢਲੇ ਸ਼ਬਦ ਨੇ ਉਹਦੀ ਆਵਾਜ਼ ਹੀ ਗਾਇਬ ਹੋ ਜਾਂਦੀ। ਜਿਸ ਤਰ੍ਹਾਂ ਤੁਹਾਨੂੰ ਨੂੰ ਕਹਿੰਦੇ ਥੋਨੂੰ, ਤੁਹਾਡੇ ਨੂੰ ਕਹਿੰਦੇ ਥੋਡੇ, ਆਨੰਦ ਕਾਰਜ ਨੂੰ ਕਹਿੰਦੇ ਆਨੰਦ ਕਾਜ, ਅਖੰਡ ਪਾਠ ਨੂੰ ਕਹਿੰਦੇ ਖੰਡ ਪਾਠ, यानी ऐड़ा गायब हो जाता है। इस तो अलावा वाव की जगह मां शब्द का प्रयोग है। आवांगे, जावांगे, खावांगे, पावांगे, यह जो शब्द ने यह मलवई भाषा में ज़्यादातर वरतों में आते हैं। हुण असीं देखते हैं भी इसके होर जिहड़े किहड़े-किहड़े शब्द आम तौर पर वरते जाते हैं। जिवें कि टकसाली रूप में सवेरे नूं मलवई च कहते संदेहा, तड़के नूं साजरे साजरे कहते हैं, छेती नाल कहते झई देने आ जाई, नुक्स नूं नगोच कहते हैं, शरारत नूं माखो चोड़ कहते हैं, जेरा या धीरे नूं जरांद कहते हैं, धक्के नूं धंगेड़ कहते हैं। इस तो इलावा चुगली नूं भानी मारना कहते हैं, झटके नूं हुजका कहते हैं, ढिड नूं बब्बर कहते हैं, जंज नूं जन, पंजी नूं पच्ची, चलाकी नूं कचानी कहते हैं। इस तरह बड़े सारे शब्द ने जिद्दां अगे नूं मोहरे कहते हैं, शाम नूं आथण कहते हैं, आपने नूं आपदा कहते हैं, ऊठ नूं बोता कहते हैं। इस तरह बड़े सारे शब्द है जिन्हां नूं बोलण विच ही बड़ा आनंद आंदा है और सानूं मां बोली पंजाबी जिहड़ी है ज़्यादा मिठी मिठी लगदी है। हुण जो साडी दूसरी वंड है, पहली वंड सी केंद्री पंजाब दी उपभाषावां, जो साडी दूजी वंड है घग्गर नदी तो पार दी उपभाषावां। इस विच पौधी भाषा आती है। पौधी भाषा जो है यह रोपड़, पटियाला का कुछ हिस्सा, मोहाली, फतेहगढ़ साहब, इस तों संगरूर के कुछ इलाके, नाभा के कुछ इलाके और अंबाला के कुछ इलाकों में बोली जाती है। इस दे शब्दों की रंगत भी असी देखते हैं। टकसाली रूप में तेनू या तुहानू कहते थमानू, तुसी नूं थमै बोलते हैं, मेरे हैं साडे नूं म्हारे बोलते हैं, तेरे हैं तुहाडे नूं थारे बोलते हैं। असां ने यह जो रंगत है यह हरियाणा के शब्दों की ज़्यादा लगती है। असवार नूं सवार कहते हैं, किनवा नूं कहते कैमा, तीवी नूं तीमी, इत्थे नूं ऊहां, ईहां, इयों, इयों। इस तरह हुण नूं कहते इब, ऐतकी कहते इबके। इस तरह बड़े सारे शब्द ने। इस तरह वाहेगा नूं कहते बाहे, उदों नूं उगल,
ਕਦੋਂ ਨੂੰ ਕੋਗਲ, ਕੁੜੀ ਨੂੰ ਕਹਿੰਦੇ ਛੋਕਰੀ। ਇਸ ਤਰ੍ਹਾਂ ਡੰਗਰ ਜਾਂ ਪਸ਼ੂ ਨੂੰ ਗੋਰੂ ਕਹਿੰਦੇ ਹੈ, ਬੱਚੇ ਨੂੰ ਬੂਝਾ ਕਹਿੰਦੇ ਨੇ, ਗਾਂ ਨੂੰ ਗੈਂ ਕਹਿੰਦੇ ਹੈ। ਇਸ ਤਰ੍ਹਾਂ ਹੋਰ ਬੜੇ ਸਾਰੇ ਸ਼ਬਦ ਨੇ, ਜਿਸ ਕਰਕੇ ਇਹ ਜੋ ਪੁਆਧੀ ਬੋਲੀ ਹੈ ਇਹ ਪੰਜਾਬੀ ਦੇ ਨਾਲ ਹਰਿਆਣੇ ਨੂੰ ਵੀ ਬਿਲੋਂਗ ਕਰਦੀ ਮਹਿਸੂਸ ਹੁੰਦੀ ਹੈ। ਇਸ ਤੋਂ ਇਲਾਵਾ ਇੱਕ ਹੋਰ ਬੋਲੀ ਹੈ ਜੋ ਪੰਜਾਬ ਦੇ ਇਲਾਕੇ 'ਚੋਂ ਗਾਇਬ ਹੋ ਚੁੱਕੀ ਹੈ, ਉਹ ਰਾਠੀ ਬੋਲੀ। ਰਾਠੀ ਨੂੰ ਕਈ ਲੋਕ ਪੋਠੋਹਾਰੀ ਨਾਲ ਵੀ ਮਿਲਾ ਦਿੰਦੇ ਨੇ, ਕਿਉਂਕਿ ਇੱਕ ਸਮੇਂ ਵਿੱਚ ਜੇਹਲਮ ਤੇ ਗੁਜਰਾਤ 'ਚੋਂ ਇਸ ਸਮੇਂ ਹਰਿਆਣਾ ਦਾ ਇਲਾਕੇ ਹਿਸਾਰ ਵਿੱਚ ਆ ਕੇ ਕੁਝ ਮੁਸਲਮਾਨ ਵਸੇ ਸੀ। ਉਹ ਆਪਣੇ ਨਾਲ ਜੇਹਲਮ ਤੇ ਗੁਜਰਾਤ ਦੀ ਜੋ ਭਾਸ਼ਾ ਸੀ ਉਹ ਪੋਠੋਹਾਰੀ ਭਾਸ਼ਾ ਨਾਲ ਲੈ ਕੇ ਆਏ ਸੀ, ਪਰੰਤੂ ਇਸ ਇਲਾਕੇ ਨਾਲ ਸੰਗਮ ਹੋਣ ਕਰਕੇ ਉਹਨਾਂ ਦੀ ਭਾਸ਼ਾ ਵਿੱਚ ਥੋੜ੍ਹੇ ਜਿਹੇ ਬਦਲਾਅ ਆਏ। ਕੁਝ ਸ਼ਬਦਾਂ ਦੇ, ਕੁਝ ਅੱਖਰਾਂ ਦੇ ਲੈਣ ਦੇਣ ਹੁੰਦੇ ਆ, ਇਸ ਤਰ੍ਹਾਂ ਜੇ ਭਾਸ਼ਾ ਥੋੜ੍ਹੀ ਬਦਲੀ, ਇਸ ਨੂੰ ਰਾਠੀ ਭਾਸ਼ਾ ਕਿਹਾ ਜਾਂਦਾ ਹੈ। ਜਦੋਂ 1947 ਦੀ ਵੰਡ ਹੁੰਦੀ ਹੈ, ਫਿਰ ਇਹ ਜੋ ਸਾਰੇ ਪਰਿਵਾਰ ਸੀ ਵਾਪਸ ਆਪਣੇ ਇਲਾਕੇ ਪਾਕਿਸਤਾਨ ਦੇ ਜੇਹਲਮ ਤੇ ਗੁਜਰਾਤ ਉਸ ਪਾਕਿਸਤਾਨ ਦੇ ਇਲਾਕੇ ਵਿੱਚ ਦੁਬਾਰਾ ਜਾ ਵਸੇ। ਇਹ ਜੋ ਭਾਸ਼ਾ ਹੈ ਇਸ ਸਮੇਂ ਪੰਜਾਬ ਦੇ ਬਹੁਤ ਵਿਰਲੇ ਲੋਕਾਂ ਵਿੱਚ ਵੇਖਣ ਨੂੰ ਮਿਲਦੀ ਹੈ। ਸ਼ਾਇਦ ਖਤਮ ਹੋ ਚੁੱਕੀ ਭਾਸ਼ਾ ਹੈ ਰਾਠੀ ਭਾਸ਼ਾ। ਪੰਜਾਬੀ ਭਾਸ਼ਾ ਦੀਆਂ ਉਪਭਾਸ਼ਾ ਦੀ ਜੋ ਤੀਜੀ ਵੰਡ ਹੈ ਉਹ ਚਨਾਬ ਨਦੀ ਤੋਂ ਪਾਰ ਦੀਆਂ ਉਪਭਾਸ਼ਾਵਾਂ, ਜਿਹੜਾ ਇਲਾਕਾ ਹੁਣ ਪਾਕਿਸਤਾਨ ਵਿੱਚ ਹੈ, ਔਰ ਜਿਹੜੇ ਲੋਕ ਪੰਜਾਬੀ ਲੋਕ ਉਸ ਇਲਾਕੇ 'ਚ ਵਸਦੇ ਸੀ, ਔਰ ਫਿਰ ਵੰਡ ਤੋਂ ਬਾਅਦ 1947 ਦੀ ਵੰਡ ਤੋਂ ਬਾਅਦ ਉੱਧਰੋਂ ਉੱਜੜ ਕੇ ਇਸ ਪੰਜਾਬ ਵਿੱਚ ਆ ਵਸੇ। ਉਹ ਨਾਲ ਹੀ ਆਪਣੀ ਜੋ ਉਪਬੋਲੀ ਸੀ, ਉਪਭਾਸ਼ਾ ਸੀ, ਉਹ ਵੀ ਨਾਲ ਲੈ ਕੇ। ਉਹ ਕਿਹੜੀਆਂ ਨੇ ਜੋ ਹੁਣ ਪਾਕਿਸਤਾਨ ਦੇ ਇਲਾਕੇ ਵਿੱਚ ਜਾਂ ਉੱਧਰੋਂ ਉੱਜੜ ਕੇ ਆਏ ਪੰਜਾਬੀ, ਇੱਧਰ ਜਿਹੜੇ ਆਏ ਪੰਜਾਬੀ ਵਸੇ, ਉਹ ਬੋਲਦੇ ਨੇ। ਇੱਕ ਤਾਂ ਮੁਲਤਾਨੀ, ਜਿਹੜੀ ਭਾਸ਼ਾ ਉਪਭਾਸ਼ਾ ਮੁਲਤਾਨ ਦੇ ਇਲਾਕੇ, ਮੁਜ਼ੱਫਰਗੜ੍ਹ ਹੈ, ਬਹਾਵਲਪੁਰ ਹੈ, ਮੀਆਂਵਾਲੀ, ਇਹ ਪਾਕਿਸਤਾਨ ਦੇ ਇਲਾਕਿਆਂ ਵਿੱਚ ਅਜੇ ਵੀ ਬੋਲੀ ਜਾਂਦੀ ਹੈ। ਔਰ ਜਿਹੜੇ ਉੱਥੋਂ ਲੋਕੀ ਉੱਜੜ ਕੇ ਇਸ ਪੰਜਾਬ ਵਿੱਚ ਵਸੇ ਨੇ, ਉਹਨਾਂ ਪੁਰਾਤਨ ਲੋਕਾਂ ਵਿੱਚ ਵੀ ਬੋਲੀ ਜਾਂਦੀ ਹੈ। ਪੋਠੋਹਾਰੀ ਭਾਸ਼ਾ ਹੈ ਜਿਸ ਵਿੱਚ ਰਾਵਲਪਿੰਡੀ, ਜੇਹਲਮ ਦਾ ਪੂਰਬੀ ਹਿੱਸਾ ਆਉਂਦਾ ਹੈ। ਇੱਥੇ ਦੇ ਪੰਜਾਬੀ ਲੋਕ ਇਹ ਪੋਠੋਹਾਰੀ ਭਾਸ਼ਾ ਬੋਲਦੇ ਨੇ। ਪੋਠੋਹਾਰੀ ਪੰਜਾਬੀ ਦੇ ਕੁਝ ਉਦਾਹਰਣ ਇਸ ਤਰ੍ਹਾਂ ਨੇ। ਪੋਠੋਹਾਰੀ 'ਚ ਸਵਖਤੇ ਸਵੇਰੇ ਨੂੰ ਫਜ਼ਰੀ ਕਹਿੰਦੇ ਹੈ, ਸਵੇਰੇ ਨੂੰ ਸਰਗੀ ਵੇਲਾ ਕਹਿੰਦੇ ਹੈ, ਚੌੜਾ ਨੂੰ ਚੈੜਾ ਕਹਿੰਦੇ ਹੈ, ਸੋਣਾ ਨੂੰ ਸੈਣਾ ਕਹਿੰਦੇ ਹੈ, ਉਸ ਨੂੰ ਹੁਸ, ਇੱਕ ਨੂੰ ਹਿੱਕ, ਇਸ ਨੂੰ ਹਿੱਸ ਕਹਿੰਦੇ ਹੈ, ਇੱਥੇ ਨੂੰ ਹਿੱਥੇ, ਯਾਨੀ ਇੱਥੇ ਈੜੀ ਜੋ ਹੈ ਉਹ ਹਾਹਾ ਬਣ ਜਿੱਦਾਂ ਗੁਰਬਾਣੀ ਵਿੱਚ ਕਈ ਇਹ ਲਹਿੰਦੀ ਭਾਸ਼ਾ ਦੇ ਜਾਂ ਇਸ ਪੋਠੋਹਾਰੀ ਭਾਸ਼ਾ ਦੇ ਕਾਫੀ ਸਾਰੇ ਜੋ ਸ਼ਬਦ ਨੇ ਗੁਰੂ ਸਾਹਿਬ ਨੇ ਵਰਤੇ ਨੇ। ਉਹ ਕੰਗੀ ਨੂੰ ਕੱਗੀ, ਕੰਧ ਨੂੰ ਕੱਦ, ਇਸ ਤੋਂ ਇਲਾਵਾ ਲੰਘ ਨੂੰ ਲੱਗ, ਲੱਤ ਨੂੰ ਜੰਗ ਦੀ ਜਗ੍ਹਾ ਜੱਗ ਕਹਿੰਦੇ ਨੇ, ਔਰ ਪਿੰਡ ਨੂੰ ਕਹਿੰਦੇ ਗਰਾਂ, ਬੱਚੇ ਨੂੰ ਕਹਿੰਦੇ ਜਾਤਕ, ਬਹੁਤ ਨੂੰ ਕਹਿੰਦੇ ਬਹੂ। ਇਸ ਤਰ੍ਹਾਂ ਹੋਰ ਬਹੁਤ ਸਾਰੇ ਸ਼ਬਦ ਨੇ। ਜਾਵਾਂਗਾ ਨੂੰ ਗੱਛਸੀ, ਆਵਾਂਗਾ ਨੂੰ ਅੱਛਸੀ, ਮੈਂ ਸੁੱਤਾਂ ਤੇ ਸੁੱਤਮ ਕਹਿੰਦੇ ਆ, ਅਸੀਂ ਸੁੱਤਿਆ ਤਾਂ ਸੁੱਤੋ ਸੇ, ਤੂੰ ਕੀਤਾ ਤੇ ਕੀਤੋਈ, ਤੁਸੀਂ ਕੀਤਾ ਤੇ ਕੀਤੋਵੇ। ਠੀਕ ਹੈ। ਉਸ ਮਾਰਿਆ ਮਾਰਿਓ ਉਸ, ਉਹਨਾਂ ਮਾਰਿਆ ਮਾਰਿਓ ਉਹਨੇ, ਮੈਨੂੰ ਕਹਿੰਦੇ ਮਿੱਗੀ ਨੂੰ, ਔਰ ਤੈਨੂੰ ਯਾਨੀ ਤੁੱਗੀ। ਇਸ ਤਰ੍ਹਾਂ ਬੜੇ ਸਾਰੇ ਸ਼ਬਦ ਨੇ ਜੋ ਕਿ ਪੋਠੋਹਾਰੀ ਭਾਸ਼ਾ ਦੇ ਸ਼ਬਦ ਪੰਜਾਬੀ ਵਿੱਚ ਮਿਲਦੇ ਨੇ, ਔਰ ਗੁਰਬਾਣੀ ਵਿੱਚ ਇਹਨਾਂ ਦਾ ਜ਼ਿਕਰ ਆਉਂਦਾ ਹੈ, ਔਰ ਕਾਫੀ ਜਿਹੜੇ ਲੋਕ ਨੇ ਇਸ ਭਾਸ਼ਾ ਨੂੰ ਬੋਲਦੇ ਨੇ। ਇਸ ਤੋਂ ਇਲਾਵਾ ਝਾਂਗੀ ਜੋ ਭਾਸ਼ਾ ਉਪਬੋਲੀ ਭਾਸ਼ਾ ਪੰਜਾਬੀ ਦੀ, ਇਹ ਝੰਗ, ਸਰਗੋਦਾ, ਲਾਇਲਪੁਰ, ਸ਼ੇਖੂਪੁਰਾ ਤੇ ਗੁਜਰਾਤ ਦੇ ਕੁਝ ਹਿੱਸਿਆਂ 'ਚ ਬੋਲੀ ਜਾਂਦੀ ਹੈ। ਇਸ ਤਰ੍ਹਾਂ ਪਟਿਆਣੀ ਭਾਸ਼ਾ ਉਪਭਾਸ਼ਾ ਹੈ ਜਿਹੜੀ ਬਹਾਵਲਪੁਰ, ਬੀਕਾਨੇਰ ਦੀਆਂ ਸਰਹੱਦਾਂ, ਜੋ ਭਾਰਤ ਦੀ ਸਰਹੱਦ ਲੱਗਦੀ ਹੈ ਬੀਕਾਨੇਰ ਦੀ, ਪਾਕਿਸਤਾਨ ਨਾਲ ਲੱਗਦੀ ਹੈ, ਉਸ ਪਾਕਿਸਤਾਨ ਦੀ ਬੀਕਾਨੇਰ ਦੇ ਨਾਲ ਲੱਗਦੀ ਸਰਹੱਦ ਵਿੱਚ ਜੋ ਮੁਸਲਮਾਨ ਲੋਕ ਨੇ ਇਹ ਪਟਿਆਣੀ ਭਾਸ਼ਾ ਬੋਲਦੇ ਨੇ। ਤੇ ਜਦੋਂ ਮੈਂ ਦੇਖਦਾ ਕਿ ਇਹ ਜੋ ਮੁਲਤਾਨੀ, ਪੋਠੋਹਾਰੀ, ਝਾਂਗੀ, ਪਟਿਆਣੀ ਜਿਹੜੀ ਭਾਸ਼ਾ ਉਪਭਾਸ਼ਾ ਹੈ, ਅੱਜ ਦੇ ਨਵੇਂ ਜੋ ਪੀੜ੍ਹੀ ਹੈ ਉਸ ਨੂੰ ਬੋਲਣ ਲੱਗਿਆ ਸ਼ਰਮ ਆਉਂਦੀ ਹੈ, ਕਿਉਂਕਿ ਉਹ ਇਸ ਨੂੰ ਪਿਛੜੀ ਭਾਸ਼ਾ ਸਮਝਦੇ ਨੇ। ਇਸ ਦੇ ਸ਼ਬਦਾਂ ਨੂੰ ਉਹ ਬੋਲਣ ਲੱਗਿਆ ਸੰਗ ਮਹਿਸੂਸ ਕਰਦੇ ਨੇ। ਇਸ ਕਰਕੇ ਮੇਰੀ ਉਹਨਾਂ ਸਾਰੇ ਨਵੇਂ ਪੀੜ੍ਹੀ ਦੇ ਬੱਚਿਆਂ ਨੂੰ ਬੇਨਤੀ ਹੈ ਕਿ ਆਪਣੇ ਬਜ਼ੁਰਗਾਂ ਤੋਂ ਇਹ ਭਾਸ਼ਾ ਜ਼ਰੂਰ ਸਿੱਖਣ, ਕਿਉਂਕਿ ਜੇ ਉਹਨਾਂ ਨੇ ਨਹੀਂ ਸਿੱਖੀ ਤਾਂ ਉਹਨਾਂ ਤੋਂ ਬਾਅਦ ਇਹ ਗਾਇਬ ਹੋ ਜਾਏਗੀ। ਅਗਲੀਆਂ ਜੋ ਪੀੜ੍ਹੀਆਂ ਨੇ ਉਸ ਭਾਸ਼ਾ ਨੂੰ ਅਪਣਾ ਨਹੀਂ ਪੈਣਗੀਆਂ, ਉਹ ਜਾਣਨਗੀਆਂ ਵੀ ਨਹੀਂ ਵੀ ਇਹ ਸਾਡੇ ਮਾਪਿਆਂ ਦੀ ਭਾਸ਼ਾ ਜਿਸ ਨੂੰ ਅਸੀਂ ਤਿਆਗ ਦਿੱਤਾ ਹੈ, ਸਾਡੇ ਮਾਪਿਆਂ ਨੇ ਤਿਆਗ ਦਿੱਤਾ ਸੀ। ਉਸ ਤੋਂ ਬਾਅਦ ਜੋ ਚੌਥਾ ਇਸ ਦਾ ਵਰਗੀਕਰਨ ਹੈ ਉਹ ਹੈ ਪਹਾੜੀ ਉਪਭਾਸ਼ਾਵਾਂ, ਜਿਹੜੀਆਂ ਜੰਮੂ ਕਸ਼ਮੀਰ ਦੇ ਪਹਾੜ ਨੇ ਉਸ ਵਿੱਚ ਜੋ ਪੰਜਾਬੀ ਲੋਕ ਰਹਿੰਦੇ ਨੇ ਉਹ ਪੁੰਛ ਦੇ ਇਲਾਕੇ ਦੇ ਲੋਕ ਪੁੰਛੀ ਪੰਜਾਬੀ ਬੋਲਦੇ ਨੇ। ਇਸ ਤੋਂ ਇਲਾਵਾ ਜੋ ਡੋਗਰੇ ਨੇ, ਇਹ ਜੋ ਡੋਗਰੀ ਭਾਸ਼ਾ ਵੀ ਪੰਜਾਬ ਦੀ ਉਪਭਾਸ਼ਾ ਮੰਨੀ ਜਾਂਦੀ ਹੈ, ਜਿਸ ਦੀ ਬਹੁਤੀ ਵਰਤੋਂ ਜੰਮੂ ਤੇ ਕਸ਼ਮੀਰ ਤੇ ਉਸ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਪੰਜਾਬੀ ਲੋਕ ਕਰਦੇ ਨੇ। ਐਸੀ ਪੰਜਾਬੀ
ਭਾਸ਼ਾ ਦੀਆਂ ਉਪਭਾਸ਼ਾਵਾਂ ਉਪਬੋਲੀਆਂ ਦਾ ਪੂਰਾ ਜ਼ਿਕਰ। ਇਸ ਦੇ ਬਾਰੇ ਜੇ ਤੁਹਾਨੂੰ ਕੋਈ ਸ਼ਬਦ ਆਉਂਦਾ ਹੋਵੇ, ਕੋਈ ਤੁਹਾਡੇ ਕੋਲ ਵੀਡੀਓ ਹੋਵੇ ਤਾਂ ਜ਼ਰੂਰ ਮੇਰੇ ਨਾਲ ਸਾਂਝੀ ਕਰੋ। ਆਪਣੀ ਗੱਲ, ਆਪਣੀ ਵੀਡੀਓ ਜੇ ਸਾਂਝੀ ਕਰਨੀ ਹੈ ਤਾਂ ਸਾਡੀ ਮੇਲ ਤੇ ਕਰੋ ਜਾਂ ਫਿਰ ਇੱਕ WhatsApp ਨੰਬਰ ਤੁਹਾਨੂੰ ਦਿੱਤਾ ਉਸ ਤੇ ਵੀ ਆਪਣੀ ਗੱਲ ਉਸ ਨੂੰ ਬੋਲ ਕੇ ਵੀਡੀਓ ਬਣਾ ਕੇ ਸ਼ੇਅਰ ਕਰ ਸਕਦੇ ਹਾਂ। ਤੇ ਜੇ ਤੁਸੀਂ ਇਸ ਤਰ੍ਹਾਂ ਦੀ ਚੰਗੀ ਵੀਡੀਓ ਬਣਾ ਕੇ ਪੇਸ਼ ਕਰਦੇ ਹੋ ਤਾਂ ਇਹ ਜੋ ਵੀਡੀਓ ਹੈ ਇਹ ਅਸੀਂ ਉਸ ਨੂੰ ਕਿਸੇ ਹੋਰ ਪ੍ਰੋਗਰਾਮ ਵਿੱਚ, ਕਿਸੇ ਹੋਰ ਵੀਡੀਓ 'ਚ ਅਸੀਂ ਤੁਹਾਡੀ ਜੇ ਵੀਡੀਓ ਇਸ ਨੂੰ ਯੂਜ਼ ਕਰ ਸਕਦੇ ਹਾਂ ਤਾਂ ਜੋ ਹੋਰਾਂ ਦਾ ਵੀ ਭਲਾ ਹੋਵੇ, ਉਹ ਵੀ ਪੰਜਾਬੀ ਮਾਂ ਬੋਲੀ ਦੀਆਂ ਇਹਨਾਂ ਰੂਪਾਂ, ਰੰਗਾਂ, ਨਿਆਰੇ ਜੋ ਨਿਆਰਾਪਨ ਹੈ ਇਸ ਨੂੰ, ਉਹ ਬਹੁਤ ਅਮੀਰੀ ਵਿਰਸਾ ਹੈ, ਇਸ ਨੂੰ ਜਾਣ ਸਕਣ। ਇਸ ਸਮੇਂ ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।